ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। माटी का क्या तुह पै स्वामी, मानस की गत एही। वाहिगुरु जी वार छेवीं। एक ओंकार सतगुर प्रसाद, पूरा सतगुर जानिए पूरे पूरा थाट बनाया। पूरे पूरा साध संग, पूरे पूरा मंत्र दृढ़ाया। पूरे पूरा पिरम रस, पूरा गुरमुख पंथ चलाया। पूरे पूरा दर्शनो, पूरे पूरा शब्द सुनाया। पूरे पूरा बहना, पूरे पूरा तख्त रचाया। साध संगत सच खंड है, भगत वछल होए वसगत आया। साध संगत सच नाओ गुर, ज्ञान ध्यान सिखा समझाया। गुर चेले परचा परचाया, गुर चेले परचा परचाया। वाहिगुरु जी का खालसा, वाहिगुरु जी की फतेह। गरीब नवाज शहनशाह, खंडा ब्रह्मंडा दे मालक, कृपालू दयालू सर्ब कला समर्थ हजूर, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਰਹਿਮਤ ਤੇ ਸਦਕਾ ਜਿਸ ਪਾਵਨ ਮਹਾਨ ਪਵਿੱਤਰ ਰਚਨਾ ਭਾਈ ਗੁਰਦਾਸ ਸਾਹਿਬ ਜੀ ਦੀਆਂ ਇਹਨਾਂ ਪਾਵਨ ਵਾਰਾਂ ਦੀ ਕਥਾ ਵਿਚਾਰ ਪ੍ਰਾਰੰਭ ਹੋਈ। ਗੁਰੂ ਕਿਰਪਾ ਅਸੀਸ ਰਹਿਮਤ ਤਰਸ ਦੇ ਨਾਲ 5 ਵਾਰਾਂ ਦੀ ਪਾਵਨ ਵਿਚਾਰ ਸਰਵਣ ਕੀਤੀ ਹੈ। 6ਵੀਂ ਪਾਵਨ ਵਾਰ ਦੀ ਅੱਜ ਪ੍ਰਾਰੰਭਤਾ ਹੋ ਰਹੀ ਹੈ। ਸੋ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਸਭਨਾਂ ਨੂੰ ਇਕਾਗਰਤਾ ਦੀ ਦਾਤ ਬਖਸ਼ਣ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇ ਕੇ ਇਸ ਪਾਵਨ ਵਿਚਾਰ ਨੂੰ ਕਹਿਣ ਸੁਣਨ ਦੀ ਸਮਰੱਥਾ ਦੇਵਨ। ਸੋ ਆਓ ਜਿਤਨੇ ਸਰਵਣ ਕਰ ਰਹੇ ਹੋ, ਪਿਆਰ ਸਹਿਤ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਰ ਛੇਵੀਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। 6ਵੀਂ ਇਸ ਪਾਵਨ ਵਾਰ ਦੀ ਪ੍ਰਾਰੰਭਤਾ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਮੰਗਲ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਕਰਤਾ ਇੱਕ ਹੈ, ਅਦੁੱਤੀ ਹੈ, ਓਮ ਸਰੂਪ ਸਰਬ ਦਾ ਪ੍ਰਕਾਸ਼ਕ ਹੈ ਅਤੇ ਸਤਿਗੁਰ ਪ੍ਰਸਾਦ ਐਸਾ ਸਤਚਿਤ ਆਨੰਦ ਸਰੂਪ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ, ਪੂਰੇ ਗੁਰੂ ਦੀ ਕਿਰਪਾ ਰਹਿਮਤ, ਉਹਦੀ ਸਵੱਲੀ ਨਿਗਾਹ, ਉਹਦੇ ਤਰਸ ਦੇ ਸਦਕਾ ਪ੍ਰਾਪਤ ਹੁੰਦਾ ਹੈ। ਸੋ ਇਸ ਪਾਵਨ ਪਹਿਲੀ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਤ ਸੰਗਤ ਦੀ ਮਹਾਨ ਮਹਿਮਾ ਨੂੰ ਪ੍ਰਗਟ ਕੀਤਾ ਅਤੇ ਗੁਰੂ ਨਾਨਕ ਪਾਤਸ਼ਾਹ ਆਪ ਅਕਾਲ ਪੁਰਖ ਸਵਰੂਪ ਨੇ, ਤਾਂ ਭਾਈ ਗੁਰਦਾਸ ਜੀ ਦੇ ਸਾਹਮਣੇ ਕੁਝ ਪ੍ਰਸ਼ਨ ਆਉਂਦੇ ਨੇ ਸਿੱਖਾਂ ਦੇ ਵੱਲੋਂ ਕਿ ਭਾਈ ਸਾਹਿਬ ਜੀ ਇਸ ਧਰਤੀ ਦੇ ਉੱਤੇ ਬੜੇ ਬੜੇ ਰਹਿਬਰ ਅਵਤਾਰ ਪੈਗੰਬਰ ਸਮੇਂ ਦੇ ਉੱਤੇ ਇਸ ਧਰਤੀ ਤੇ ਆਏ ਨੇ। ਸਾਰਿਆਂ ਨੇ ਆਪੋ ਆਪਣੇ ਸਿਧਾਂਤ, ਆਪੋ ਆਪਣਾ ਉਪਦੇਸ਼ ਜਿਹੜਾ ਹੈ ਉਹ ਮਨੁੱਖਤਾ ਨੂੰ, ਲੋਕਾਈ ਨੂੰ ਦ੍ਰਿੜ ਕਰਵਾਇਆ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪ ਕਿਸ ਦ੍ਰਿਸ਼ਟੀ, ਕਿਸ ਭਾਵਨਾ ਦੇ ਨਾਲ ਦੇਖਦੇ ਹੋ? ਤਾਂ ਗੁਰੂ ਕੀ ਬਾਣੀ ਦੇ ਵਿੱਚੋਂ ਦਲੀਲਾਂ ਦੇ ਕਰਕੇ ਭਾਈ ਸਾਹਿਬ ਜੀ ਨੇ ਫਿਰ ਇਹ ਸਮਝਾਇਆ
ਕਿ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਪਾਤਸ਼ਾਹ ਆਪ ਸਾਖਸ਼ਾਤ ਪਰਮੇਸ਼ਰ ਸਵਰੂਪ ਨੇ। ਦੂਸਰਾ ਪੱਖ ਇਹ ਹੈ ਕਿ ਭਾਈ ਸਾਹਿਬ ਜੀ ਸੰਸਾਰ ਦੇ ਉੱਤੇ ਬੜੇ ਲੋਕ ਜਿਹੜੇ ਨੇ ਯੋਗ ਸਾਧਨਾ ਕਰਦੇ ਸੀ, ਤੇ ਕੋਈ ਸ਼ੱਕ ਨਹੀਂ ਅੱਜ ਵੀ ਬੜੇ ਲੋਕ ਜਿਹੜੇ ਯੋਗ ਸਾਧਨਾ ਕਰਦੇ ਨੇ। ਪਰ ਤੁਸੀਂ ਇਸ ਸਾਰੀ ਚੀਜ਼ ਨੂੰ ਯੋਗ, ਤਪ, ਯੱਗ, ਇਹ ਸਾਰਾ ਕੁਝ ਜਿਹੜਾ ਹੁੰਦਾ ਹੈ ਇਹਨੂੰ ਕਿਸ ਦ੍ਰਿਸ਼ਟੀ ਨਾਲ ਤੱਕਦੇ ਹੋ? ਜਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਨੂੰ ਸੰਸਾਰ 'ਤੇ ਕਿਹੜਾ ਮਾਰਗ ਦਿੱਤਾ ਹੈ? ਤਾਂ ਭਾਈ ਸਾਹਿਬ ਜੀ ਨੇ ਜੋ ਇਸ ਪੌੜੀ ਦੇ ਭਾਵ ਅਰਥ ਨੇ, ਉਸ ਤੋਂ ਪਹਿਲਾਂ ਜੋ ਗੁਰਬਾਣੀ ਦੇ ਦ੍ਰਿਸ਼ਟਾਂਤ ਦੇ ਕੇ ਸਿੱਖਾਂ ਨੂੰ ਸਮਝਾਇਆ ਕਿ ਦੇਖੋ, ਜਿਵੇਂ ਇੱਕ ਕਿਰਸਾਨ ਹੈ, ਉਹਨੇ ਹਲ ਵੀ ਵਾਹੇ ਨੇ, ਉਹਨੇ ਪਾਣੀ ਵੀ ਲਾਇਆ, ਉਹਨੇ ਬੜਾ ਸਮਾਂ ਜਿਹੜਾ ਆਪਣੀ ਖੇਤੀ ਦੇ ਵਿੱਚ ਲਾਇਆ ਹੈ, ਦਿਨ ਰਾਤ ਮਿਹਨਤ ਵੀ ਕੀਤੀ, ਪਰ ਜਿਹੜਾ ਉਹਨੇ ਬੀਜ ਬੀਜਿਆ ਉਹ ਕੁਰੁੱਤਾ ਸੀਗਾ, ਭਾਵ ਰੁੱਤ ਨਹੀਂ ਸੀ ਉਸ ਬੀਜ ਦੇ ਉੱਗਣ ਦੀ। ਸੋ ਮਿਹਨਤ ਵੀ ਕੀਤੀ ਗਈ, ਸਾਰਾ ਕੁਝ ਕੀਤਾ ਗਿਆ, ਪਰ ਉਹ ਬੀਜ ਉੱਗ ਨਾ ਸਕਿਆ। ਇਸੇ ਤਰ੍ਹਾਂ ਕਲਯੁਗ ਦੇ ਅੰਦਰ, ਜਿਹਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਕਿ ਇਹ ਜਿਹੜੀ ਰੁੱਤ ਹੈ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਅਨਰੂਤ ਨਾਹੀ ਨਾਹੀ ਮਤ ਪਰਮ ਭੂਲਹੁ ਭੂਲਹੁ, ਕਿ ਇਹ ਜਿਹੜੀ ਕਲਯੁਗ ਦੀ ਰੁੱਤ ਹੈ ਨਾ, ਕਲਯੁਗ ਦਾ ਸਮਾਂ ਹੈ, ਇਹਦੇ ਵਿੱਚ ਇੱਕ ਬੀਜ ਕੇਵਲ ਨਾਮ ਦਾ ਬੀਜਿਆ ਜਾ ਸਕਦਾ ਹੈ। ਜੇ ਕੋਈ ਜੱਗ ਕਰਦਾ ਹੈ, ਤਪ ਕਰਦਾ ਹੈ, ਧੂਣੀਆਂ ਤਪਾਉਂਦਾ ਹੈ, ਸਰੀਰ ਨੂੰ ਕਸ਼ਟ ਦਿੰਦਾ ਹੈ, ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਇੱਕ ਕਿਸਾਨ ਮਿਹਨਤ ਬੜੀ ਕਰ ਰਿਹਾ, ਪਰ ਜਿਹੜੀ ਵੱਤਰ ਸੀ ਉਹ ਕੁਰੁੱਤਾ ਬੀਜ ਜਿਹੜਾ ਉਹਨੇ ਬੀਜ ਦਿੱਤਾ ਹੈ, ਭਾਵ ਉਹ ਰੁੱਤ ਨਹੀਂ ਸੀ। ਜਿਹੜਾ ਬੀਜ ਉਹਨੇ ਬੀਜ ਦਿੱਤਾ, ਉਹਦਾ ਬੀਜ ਵੀ ਅਜਾਈ ਗਿਆ, ਉਹਦਾ ਸਮਾਂ ਵੀ ਖਰਾਬ ਹੋਇਆ, ਉਹਨੇ ਜੋ ਮਿਹਨਤ ਕੀਤੀ ਉਹ ਮਿਹਨਤ ਵੀ ਬਰਬਾਦ ਹੋਈ, ਉਹਦੇ ਹਲ ਵਾਹੇ ਵੀ ਬਰਬਾਦ ਹੋਏ, ਉਹਦਾ ਪਾਣੀ ਦਿੱਤਾ ਵੀ ਬਰਬਾਦ ਹੋ ਗਿਆ। ਸਾਹਿਬ ਬਾਣੀ 'ਚ ਬਚਨ ਕਹਿੰਦੇ, ਕਰੁੱਤਾ ਬੀਜ ਬੀਜੇ ਨਹੀਂ ਜੰਮੈ। ਸੋ ਇਸ ਤਰ੍ਹਾਂ ਜਿਹੜਾ ਕਰੁੱਤਾ ਹੈ ਨਾ, ਬਿਨਾਂ ਰੁੱਤ ਤੋਂ ਬੀਜਿਆ ਹੋਇਆ ਬੀਜ ਹੈ, ਉਹ ਉੱਗਦਾ ਨਹੀਂ ਹੈ। ਸੋ ਇੱਥੇ ਇਸ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨਤਾ ਤੇ ਸਾਧ ਸੰਗਤ ਦੀ ਮਹਾਨਤਾ ਦਾ ਪਹਿਲੀ ਪੌੜੀ 'ਚ ਵਰਣਨ ਕਰਦੇ ਨੇ ਤੇ ਮੰਗਲਾਚਰਨ ਕਰਦੇ ਨੇ। ਵਸਤੂ ਨਿਰਦੇਸ਼ ਮੰਗਲਾਚਰਨ ਗੁਰੂ ਨਾਨਕ ਪਾਤਸ਼ਾਹ ਜੀ ਦਾ। ਪ੍ਰਾਰੰਭਤਾ ਹੁੰਦੀ ਹੈ, ਪੂਰਾ ਸਤਿਗੁਰ ਜਾਣੀਐ ਪੂਰੇ ਪੂਰਾ ਥਾਟ ਬਣਾਇਆ। ਪੂਰੇ ਭਾਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੂਰਾ ਸਤਿਗੁਰ ਜਾਣੀਐ, ਪੂਰਾ ਗੁਰੂ ਜਾਣੋ, ਕਿਉਂਕਿ ਗੁਰੂ ਨਾਨਕ ਅਤੇ ਅਕਾਲ ਪੁਰਖ ਪਰਮੇਸ਼ਰ ਅੰਦਰ ਕੋਈ ਭੇਦ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ ਤੇ ਸਾਹਿਬ ਜੀ ਨੇ ਕਿਹਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਕਿ ਗੁਰੂ ਨਾਨਕ ਸਾਰਿਆਂ ਤੋਂ ਵੱਡੇ ਗੁਰੂ ਹਨ। ਦੂਜਾ, ਹੁਣ ਕਈ ਲੋਕ ਕਹਿੰਦੇ ਨਹੀਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਨਹੀਂ, ਉਹਨਾਂ ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਟ ਮਹਿ ਪਰ ਹੈ, ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਦਾਸ ਕਿਹਾ, ਆਪਣੇ ਆਪ ਨੂੰ ਨੀਵੇਂ ਸ਼ਬਦ ਵਰਤੇ, ਸੇਵਕ ਕਿਹਾ, ਦਾਸ ਕਿਹਾ, ਗੁਲਾਮ ਕਿਹਾ, ਚਾਕਰ ਕਿਹਾ। ਗੁਰੂ ਨਾਨਕ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਹੈ। ਸੋ ਇਸ ਤਰ੍ਹਾਂ ਕੁਝ ਐਸੀਆਂ ਮਾਨਸਿਕਤਾ ਸਾਡੇ ਵਿੱਚ ਭਰੀਆਂ ਜਾ ਰਹੀਆਂ ਨੇ। ਪਰ ਦੇਖੋ, ਜੇ ਸਿੱਖ ਗੁਰੂ ਨਾਨਕ ਨੂੰ ਹੀ ਗੁਰੂ ਨਹੀਂ ਕਹੇਗਾ ਤੇ ਸਿੱਖ ਕਿਹਨੂੰ ਗੁਰੂ ਕਹੇਗਾ? ਸੋ ਜਦੋਂ ਅਰਦਾਸ ਦੀ ਪ੍ਰਾਰੰਭਤਾ ਹੁੰਦੀ ਹੈ ਤਾਂ ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੜੇ ਸਖਤ ਸ਼ਬਦਾਂ 'ਚ ਲਿਖਿਆ, ਜੇ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਨਹੀਂ ਕਹਿਣਾ ਜਾਂ ਗੁਰੂ ਨਹੀਂ ਮੰਨਣਾ ਸਿੱਖ ਨੇ, ਤਾਂ ਫਿਰ ਕਲਗੀਧਰ ਪਾਤਸ਼ਾਹ ਉੱਥੇ ਕਿਉਂ ਲਿਖਦੇ ਪਏ ਨੇ? ਜਦੋਂ ਅਰਦਾਸ ਦੀ ਪ੍ਰਾਰੰਭਤਾ ਹੁੰਦੀ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਸ਼ਬਦ ਵਰਤਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਸੋ ਖੈਰ ਇੱਕ ਵੱਖਰਾ ਵਿਸ਼ਾ ਹੈ। ਭਾਈ ਸਾਹਿਬ ਜੀ ਪ੍ਰਾਰੰਭਤਾ ਕਰਕੇ ਕਹਿੰਦੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੂਰਾ ਗੁਰੂ ਜਾਣੋ, ਕਿਉਂਕਿ ਸੰਸਾਰ 'ਤੇ ਅਧੂਰੇ ਗੁਰੂ ਉਦੋਂ ਵੀ ਬੜੇ ਸਨ, ਅਧੂਰੇ ਗੁਰੂ ਅੱਜ ਵੀ ਬੜੇ ਨੇ, ਤੇ ਜਿੰਨਾ ਚਿਰ ਸ਼ਾਇਦ ਇਹ ਸ੍ਰਿਸ਼ਟੀ ਰਹੇਗੀ ਅਧੂਰੇ ਗੁਰੂ ਉਹਨਾਂ ਚਿਰ ਸ੍ਰਿਸ਼ਟੀ 'ਤੇ ਕਾਇਮ ਰਹਿਣਗੇ। ਜਿੰਨਾ ਚਿਰ ਅਸਲੀਅਤ ਹੈ ਉਹਦੇ ਨਾਲ ਨਕਲੀ ਚੀਜ਼ ਜ਼ਰੂਰ ਆਏਗੀ। ਜਿੰਨਾ ਚਿਰ ਮਾਰਕੀਟ ਦੇ ਵਿੱਚ ਵੀ ਕੋਈ ਅਸਲੀ ਚੀਜ਼ ਵਿਕਦੀ ਹੈ ਤਾਂ ਉਹਦੀ ਫੋਟੋਕਾਪੀ ਜਿਹੜੀ ਉਹ ਨਾਲ ਬਣਦੀ ਰਹੇਗੀ। ਜਿਸ ਦਿਨ ਅਸਲੀ ਚੀਜ਼ ਬੰਦ ਹੋ ਜਾਂਦੀ, ਉਹਦੀ ਕਾਪੀ ਵੀ ਖਤਮ ਹੋ ਜਾਂਦੀ ਹੈ। ਸੋ ਜਿੰਨਾ ਚਿਰ ਪੂਰਾ ਗੁਰੂ ਸੰਸਾਰ 'ਤੇ ਹੈ, ਉਹਨਾਂ ਚਿਰ ਅਧੂਰਿਆਂ ਦੀ ਮੰਡੀ ਵੀ ਲੱਗਦੀ ਰਹੇਗੀ। ਸੋ ਭਾਈ ਸਾਹਿਬ ਕਹਿੰਦੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਪੂਰਾ ਗੁਰੂ ਜਾਣੀਏ। ਕਿਉਂ?
ਤਾਂ ਉਸ ਪੂਰੇ ਗੁਰੂ ਨੇ ਪੂਰਾ ਬਣਾਓ ਜਿਹੜਾ ਸੀ ਥਾਟ ਬਣਾਇਆ, ਭਾਵ ਬਣਾਓ ਭਾਵ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਥ ਸਾਜਿਆ, ਜੋ ਸਿੱਖੀ ਦਾ ਮਾਰਗ ਬਣਾਇਆ, ਜੋ ਧਰਮਸ਼ਾਲਾ ਬਣਾਈਆਂ, ਸਿੱਖੀ ਦਾ ਨਵਾਂ ਜੀਵਨ ਅਸੂਲ ਬਣਾਇਆ। ਸੋ ਬਣਾਓ ਜਿਹੜਾ ਸੀ, ਬਣਾਓ ਥਾਟ ਦਾ ਅਰਥ ਹੈ ਜਿਹੜਾ ਬਣਾਓ ਬਣਾਉਣਾ, ਜਿਵੇਂ ਇਹਨੂੰ ਕਹਿ ਲਓ ਇੱਕ ਪ੍ਰੋਗਰਾਮ ਉਲੀਕਣਾ ਅੱਗੇ ਸਾਰਾ ਕੁਝ ਕਿਵੇਂ ਹੈ। ਤਾਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਘੜਿਆ ਸਾਜਿਆ ਪੰਥ ਨੂੰ, ਜੋ ਬੀਜ ਬੀਜਿਆ, ਨਾਨਕ ਨਿਰਮਲ ਪੰਥ ਚਲਾਇਆ, ਉਹ ਸਾਹਿਬ ਜੀ ਨੇ ਪੂਰਾ ਬਣਾਓ ਜਿਹੜਾ ਸੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਥਾਟ ਜਿਹੜਾ ਸੀ ਉਹਨੂੰ ਬਣਾਇਆ ਹੈ। ਪੂਰੇ ਪੂਰਾ ਸਾਧ ਸੰਗ, ਪੂਰੇ ਪੂਰਾ ਮੰਤਰ ਦ੍ਰਿੜਾਇਆ। ਫਿਰ ਪੂਰੇ ਗੁਰੂ ਨੇ ਪੂਰਾ ਸਾਧ ਸੰਗ ਬਣਾਇਆ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਤ ਸੰਗਤ ਦੀ ਪਰੰਪਰਾ ਤੋਰੀ, ਜੋ ਸਾਧ ਸੰਗਤ ਦਾ ਵਾਸਾ ਕੀਤਾ, ਉਹ ਪੂਰਾ ਹੈ। ਸਾਧ ਸੰਗਤ ਅੰਦਰ ਕਿਸੇ ਤਰ੍ਹਾਂ ਦੀ ਕੋਈ ਕਮੀ ਖਾਮੀ ਨਹੀਂ ਛੱਡੀ ਗੁਰੂ ਨੇ। ਇਸ ਤਰ੍ਹਾਂ ਪੂਰੇ ਨੇ ਸਾਧ ਸੰਗਤ ਬਣਾਇਆ। ਉਸ ਤੋਂ ਬਾਅਦ ਪੂਰੇ ਗੁਰੂ ਨੇ ਪੂਰਾ ਮੰਤਰ ਦ੍ਰਿੜਾਇਆ। ਜਿਹੜਾ ਵਾਹਿਗੁਰੂ ਮੰਤਰ ਸੀ ਉਹ ਪੂਰਾ ਮੰਤਰ ਹੈ, ਕਿਉਂਕਿ ਪਿਛਲੀਆਂ ਪੌੜੀਆਂ 'ਚ ਵਾਹਿਗੁਰੂ ਸ਼ਬਦ ਦੀ ਵਿਚਾਰ ਜਦੋਂ ਸਰਵਣ ਕੀਤੀ ਹੈ ਤੇ ਚਾਰੇ ਯੁੱਗਾਂ ਦਾ ਵਰਣਨ ਕਰਕੇ ਭਾਈ ਸਾਹਿਬ ਨੇ ਸੋਹਣਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਚਾਰੇ ਯੁੱਗਾਂ ਤੋਂ ਇੱਕ ਇੱਕ ਵਰਨ ਲੈ ਕਰਕੇ ਵਾਹਿਗੁਰੂ ਸ਼ਬਦ ਜਿਹੜਾ ਕਰਤੇ ਨੇ ਬਣਾਇਆ ਹੈ। ਸੋ ਇਸ ਤਰ੍ਹਾਂ ਪੂਰੇ ਗੁਰੂ ਨੇ ਪੂਰਾ ਮੰਤਰ ਵਾਹਿਗੁਰੂ ਜਿਹੜਾ ਇਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਣਾਇਆ, ਦ੍ਰਿੜ ਕਰਵਾਇਆ ਹੈ ਤੇ ਦ੍ਰਿੜ ਕਰਵਾ ਕੇ ਸਿੱਖਾਂ ਦੀ ਝੋਲੀ ਪਾਇਆ, ਦ੍ਰਿੜ ਭਾਵ ਪੱਕਾ ਕਰਵਾਇਆ ਹੈ। ਫਿਰ ਭਾਈ ਸਾਹਿਬ ਜੀ ਕਹਿੰਦੇ ਪੂਰੇ ਪੂਰਾ ਪਿਰਮ ਰਸ, ਪੂਰਾ ਗੁਰਮੁਖ ਪੰਥ ਚਲਾਇਆ। ਪੂਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰਾ ਪ੍ਰੇਮ ਦਾ ਰਸ ਦਿੱਤਾ। ਜੋ ਪ੍ਰੇਮ ਦਾ ਰਸ ਸਿੱਖਾਂ ਦੇ ਅੰਦਰ ਭਰਿਆ ਉਹ ਪੂਰਾ ਹੈ। ਅਤੇ ਪੂਰੇ ਗੁਰੂ ਨੇ ਪੂਰਾ ਗੁਰਮੁਖ ਪੰਥ ਜਿਹੜਾ ਹੈ ਉਹ ਚਲਾਇਆ। ਜੋ ਗੁਰਮੁਖਾਂ ਨੂੰ ਗਾਡੀ ਰਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਹੈ, ਇਹ ਪੂਰੇ ਦਾ ਚਲਾਇਆ ਹੋਇਆ ਪੂਰਾ ਰਸਤਾ ਹੈ ਜੋ ਸਾਨੂੰ ਦਿਖਾਇਆ ਗੁਰੂ ਨਾਨਕ ਨੇ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਨੇ ਕੀ ਰਹਿਮਤਾਂ ਕੀਤੀਆਂ? ਪੂਰੇ ਪੂਰਾ ਦਰਸ਼ਨੋ, ਪੂਰੇ ਪੂਰਾ ਸ਼ਬਦ ਸੁਣਾਇਆ। ਪੂਰੇ ਦਾ ਦਰਸ਼ਨ ਜਿਹੜਾ ਉਹ ਪੂਰਾ ਹੈ, ਭਾਵ ਕਿ ਪੂਰੇ ਗੁਰੂ ਦਾ ਮਤ ਜਿਹੜਾ ਹੈ। ਦਰਸ਼ਨ ਦਾ ਅਰਥ ਇੱਕ ਦੀਦਾਰੇ ਕਰਨੇ ਹੁੰਦਾ, ਇੱਕ ਦਰਸ਼ਨ ਦਾ ਅਰਥ ਹੁੰਦਾ ਮਤ। ਤੇ ਮਤ ਦਾ ਅਰਥ ਜਿਵੇਂ ਕਹਿ ਲਓ ਪੰਥ ਹੋ ਗਿਆ, ਰਸਤਾ ਹੋ ਗਿਆ, ਜਾਂ ਮਤ ਜੋ ਸਾਡੇ ਅੰਦਰ ਬੁੱਧੀ ਹੈ। ਸੋ ਇਹ ਸਾਰੇ ਅਰਥ ਜਦੋਂ ਇੱਥੇ ਟੁਕਦੇ ਨੇ ਤਾਂ ਪੂਰੇ ਗੁਰੂ ਦਾ ਦਰਸ਼ਨ ਮਤ ਜਿਹੜਾ ਹੈ ਉਹ ਪੂਰਾ ਹੈ। ਤੇ ਪੂਰੇ ਗੁਰੂ ਨੇ ਪੂਰਾ ਸ਼ਬਦ ਸੁਣਾਇਆ, ਜੋ ਸ਼ਬਦ ਦ੍ਰਿੜ ਕਰਵਾਇਆ ਵਾਹਿਗੁਰੂ ਉਹ ਵੀ ਪੂਰਾ। ਤੇ ਜਿਹੜਾ ਸ਼ਬਦ ਅਕਾਲ ਪੁਰਖ ਦੀ ਦਰਗਾਹੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਆ ਕਰਕੇ ਸਮੁੱਚੀ ਲੋਕਾਈ ਨੂੰ ਸੁਣਾਇਆ, ਉਹ ਸ਼ਬਦ ਵੀ ਪੂਰਾ ਹੈ। ਭਾਵੇਂ ਮੂਲ ਮੰਤਰ ਦੀ ਗੱਲ ਕਰੀਏ ਜਾਂ ਗੁਰੂ ਸਾਹਿਬ ਜੀ ਨੇ ਜਿਤਨੀ ਬਾਣੀ ਉਚਾਰਨ ਕੀਤੀ ਉਹਦੇ ਵਿੱਚ ਕਿਤੇ ਵੀ ਕੁਝ ਘੱਟ ਨਹੀਂ ਹੈ। ਇਹਨੂੰ ਸਾਹਿਬ ਬਾਣੀ ਅੰਦਰ ਕਹਿੰਦੇ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਪੂਰੇ ਦਾ ਕੀਤਾ ਹੋਇਆ ਸਾਰਾ ਕੁਝ ਪੂਰਾ ਹੈ। ਤੇ ਉਹ ਬਾਣੀ, ਉਹ ਸ਼ਬਦ ਜਿਨ੍ਹਾਂ ਨੂੰ ਪਿਆਰ ਸਹਿਤ ਆਪਾਂ ਪੜ੍ਹਦੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਉਹ ਆਪ ਪੂਰਾ ਹੈ, ਉਹਦੀ ਬਾਣੀ ਵੀ ਪੂਰੀ ਹੈ, ਬਾਣੀ ਵੀ ਸੱਚੀ ਹੈ। ਇਸ ਲਈ ਭਾਈ ਸਾਹਿਬ ਜੀ ਕਹਿੰਦੇ ਨੇ ਪੂਰੇ ਨੇ ਅਕਾਲ ਪੁਰਖ ਦੀ ਦਰਗਾਹੋਂ ਜੋ ਸ਼ਬਦ ਲਿਆ ਕੇ ਸੁਣਾਇਆ ਉਹ ਸ਼ਬਦ ਵੀ ਪੂਰਾ ਹੈ। ਪੂਰੇ ਪੂਰਾ ਬਹਿਣਾ, ਪੂਰੇ ਪੂਰਾ ਤਖਤ ਰਚਾਇਆ। ਫਿਰ ਪੂਰੇ ਨੇ ਪੂਰਾ ਸਿੰਘਾਸਨ ਰਚਿਆ ਹੈ, ਭਾਵ ਜਿਸ ਆਸਣ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜਿਵੇਂ ਕਹਿ ਲਓ ਜਿਸ ਗੁਰਤਾ ਗੱਦੀ 'ਤੇ ਸੁਭਾਏਮਾਨ ਨੇ, ਉਹ ਪੂਰੇ ਪੂਰਾ ਬਹਿਣਾ, ਉਹ ਆਸਣ, ਉਹ ਗੁਰਤਾ ਗੱਦੀ ਵੀ ਪੂਰੀ ਹੈ, ਭਾਵ ਉਹਦੇ ਅੰਦਰ ਕੋਈ ਕਮੀ ਖਾਮੀ ਨਹੀਂ ਹੈ। ਫਿਰ ਪੂਰੀ ਸੰਪੂਰਨ ਗੁਰਤਾ ਗੱਦੀ ਦੇ ਉੱਤੇ ਪੂਰਾ ਗੁਰੂ ਆ ਕੇ ਬਹਿ ਗਿਆ। ਕਿਉਂਕਿ ਇਹ ਸ਼ਬਦ ਨੂੰ ਥੋੜ੍ਹਾ ਜਿਹਾ ਸਮਝੀਏ, ਕਈ ਵਾਰ ਕੁਝ ਪਦਵੀਆਂ ਅਧੂਰੀਆਂ ਹੁੰਦੀਆਂ ਨੇ ਪਰ ਉਹਨਾਂ 'ਤੇ ਲਾਇਕ ਪੁਰਖ ਬਹਿ ਜਾਂਦੇ ਨੇ ਆ ਕੇ, ਭਾਵ ਅਯੋਗ ਹੁੰਦੀਆਂ ਨੇ ਪਰ ਕਈ ਵਾਰ ਉਹਨਾਂ 'ਤੇ ਯੋਗ ਬੰਦਿਆਂ ਨੂੰ ਬਿਠਾ ਦਿੱਤਾ ਜਾਂਦਾ ਹੈ। ਉਹ ਉਹਨਾਂ ਦੀ ਭਾਵੇਂ ਇੱਛਾ ਨਹੀਂ ਹੁੰਦੀ। ਕਈ ਵਾਰ ਯੋਗ ਪਦਵੀਆਂ ਦੇ ਉੱਤੇ ਅਯੋਗ ਬੰਦਿਆਂ ਨੂੰ ਬਿਠਾ ਦਿੱਤਾ ਜਾਂਦਾ ਜਿਹੜੇ ਉਹਦੇ ਲਾਇਕ ਨਹੀਂ ਹੁੰਦੇ। ਪਰ ਜੋ ਗੁਰੂ ਨਾਨਕ ਦੀ ਗੁਰਤਾ ਗੱਦੀ ਹੈ, ਇਹ ਗੁਰਤਾ ਗੱਦੀ ਵੀ ਪੂਰੀ, ਤੇ ਇਸ ਗੁਰਤਾ ਗੱਦੀ ਦਾ ਜਿਹੜਾ ਮਾਲਕ ਹੈ ਗੁਰੂ ਨਾਨਕ ਉਹ ਵੀ ਪੂਰਾ ਹੈ। ਫਿਰ ਇਸ ਗੁਰਤਾ ਗੱਦੀ ਉੱਤੇ ਭਾਈ ਲਹਿਣਾ ਜੀ ਬੈਠੇ ਤਾਂ ਉਹ ਵੀ ਇਸ ਗੁਰਤਾ ਗੱਦੀ ਦੇ ਯੋਗ ਨੇ। ਸੋ ਇਸ ਭਾਵ ਅਰਥ ਨੂੰ ਲੈ ਕੇ ਕਹਿੰਦੇ ਨੇ ਪੂਰੇ ਪੂਰਾ ਬਹਿਣਾ,
ਪੂਰੇ ਗੁਰੂ ਨੇ ਪੂਰਾ ਗੁਰਤਾ ਗੱਦੀ ਦਾ ਸਿੰਘਾਸਨ ਜੋ ਰਚਿਆ ਉਹਦੇ ਤੇ ਬਹਿ ਰਹੇ ਨੇ ਤੇ ਪੂਰੇ ਨੇ ਪੂਰਾ ਤਖਤ ਜਿਹੜਾ ਹੈ ਉਹ ਰਚਾਇਆ ਹੈ। ਭਾਵ ਜੋ ਗੁਰੂ ਨਾਨਕ ਦਾ ਤਖਤ ਹੈ, ਗੁਰਤਾ ਗੱਦੀ ਇੱਕ ਤਖਤ ਹੈ ਅਕਾਲ ਪੁਰਖ ਪਰਮੇਸ਼ਰ ਦਾ। ਸੋ ਇਸ ਤਰ੍ਹਾਂ ਪੂਰੇ ਦਾ ਤਖਤ ਵੀ ਪੂਰਾ ਹੈ ਜਿਹੜਾ ਉਹਨੇ ਰਚਨਾ ਕੀਤਾ ਹੈ, ਸਿੰਘਾਸਨ ਜਿਹੜਾ ਹੈ। ਉਸ ਤੋਂ ਬਾਅਦ ਸਾਧ ਸੰਗਤ ਸੱਚਖੰਡ ਹੈ, ਭਗਤ ਵਛਲ ਹੋਏ ਵਸਗਤ ਆਇਆ। ਉਸ ਪੂਰੇ ਦਾ ਇਹ ਸਾਧ ਸੰਗਤ ਰੂਪ ਸੱਚਖੰਡ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਕਰਤਾ ਪਰਮੇਸ਼ਰ ਆਪ ਵਸਦਾ ਹੈ। ਇਸੇ ਲਈ ਬਚਨ ਪੜ੍ਹਦੇ ਕਿ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਹੋਈ, ਕਿ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਸਾਧ ਸੰਗਤ ਜਿਹੜੀ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਦੇ ਪਰਥਾਏ ਗੁਰੂ ਕੀ ਬਾਣੀ ਅੰਦਰ ਬੇਅੰਤ ਵਚਨ ਜਿਹੜੇ ਗੁਰੂ ਕੀ ਸੰਗਤ ਦੀ ਮਹਿਮਾ ਦੇ ਵਿੱਚ ਆਪਾਂ ਪੜ੍ਹਦੇ ਹਾਂ। ਸੋ ਇਸ ਲਈ ਪੂਰਾ ਗੁਰੂ ਜਿਹੜਾ ਹੈ ਸਾਧ ਸੰਗਤ ਸੱਚਖੰਡ ਹੈ। ਸਾਧ ਸੰਗਤ ਜੋ ਸੱਚਖੰਡ ਹੈ ਕਰਤੇ ਦਾ, ਉਹਦੇ ਅੰਦਰ ਟਿਕਿਆ ਹੈ। ਤੇ ਭਗਤ ਵਛਲ ਹੋਏ ਵਸਗਤ ਆਇਆ। ਭਗਤ ਵਛਲ ਹੋਣ ਕਰਕੇ ਉਹ ਵਸਗਤ ਦਾ ਅਰਥ ਹੁੰਦਾ ਵਸਣਾ, ਤੇ ਵਸਣਾ ਦਾ ਅਰਥ ਹੁੰਦਾ ਵਸ ਪੈ ਜਾਣਾ। ਤੇ ਵਸ ਪੈਣ ਦਾ ਭਾਵ ਇੱਥੇ ਕੀ ਹੈ ਕਿ ਉਹ ਆਪਣੇ ਭਗਤਾਂ ਦੇ ਵਸੀਕਾਰ ਹੋ ਗਿਆ। ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਫਲਾਣਾ ਉਹਦੇ ਵਸ ਹੋ ਗਿਆ, ਉਹਨੇ ਉਹਨੂੰ ਵਸ ਕਰ ਲਿਆ, ਬੜਾ ਕੁਝ ਦੁਨੀਆ ਤੇ ਚੱਲਦਾ ਹੈ। ਤਾਂ ਪੂਰਾ ਗੁਰੂ ਜਿਹੜਾ ਹੈ ਸਾਧ ਸੰਗਤ ਸੱਚਖੰਡ ਵਿੱਚ ਵਸਦਾ ਤੇ ਭਗਤਾਂ ਦੇ ਵਸ ਆ ਜਾਂਦਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਉਹ ਜੁਗਾਂ ਜੁਗਾਂਤਰਾਂ ਤੋਂ ਆਪਣੇ ਭਗਤਾਂ ਦੇ ਵਸ ਆਇਆ ਹੈ। ਸਾਧ ਸੰਗਤ ਸੱਚ ਨਾਉ, ਗੁਰ ਗਿਆਨ ਧਿਆਨ ਸਿੱਖਾਂ ਸਮਝਾਇਆ। ਸੋ ਇਸੇ ਤਰ੍ਹਾਂ ਇਸ ਪ੍ਰੇਮ ਕਰਕੇ ਗੁਰੂ ਨੇ ਸਾਧ ਸੰਗਤ ਵਿੱਚ ਸੱਚਾ ਨਾਮ, ਫਿਰ ਸੱਚਾ ਗਿਆਨ, ਫਿਰ ਸੱਚਾ ਧਿਆਨ ਜਿਹੜਾ ਸੀ। ਗਿਆਨ ਕਿਹੜਾ ਹੈ? ਜੋ ਸੱਚਾ ਹੈ। ਉਹ ਗੁਰਾਂ ਨੇ ਸੱਚਾ ਗਿਆਨ ਜਿਹੜਾ ਸਿੱਖ ਦੀ ਝੋਲੀ ਵਿੱਚ ਪਾਇਆ, ਆਤਮਿਕ ਗਿਆਨ। ਸੱਚਾ ਧਿਆਨ, ਕਿਉਂਕਿ ਧਿਆਨ ਲੋਕ ਕਰਦੇ ਸੀ, ਕੋਈ ਦਸਮ ਦਵਾਰ 'ਚ ਧਿਆਨ ਲਾਉਂਦਾ ਸੀ, ਕੋਈ ਪੱਥਰਾਂ 'ਚ ਧਿਆਨ ਲਾਉਂਦਾ ਸੀ, ਕੋਈ ਪਾਣੀ 'ਚ ਧਿਆਨ ਲਾਉਂਦਾ ਸੀ, ਕੋਈ ਕਿਸੇ ਚੀਜ਼ 'ਤੇ ਧਿਆਨ ਲਾਉਂਦਾ ਸੀ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਨੂੰ ਸੱਚਾ ਧਿਆਨ ਦਿੱਤਾ ਕਿ ਤੂੰ ਕਰਤੇ ਅਕਾਲ ਪੁਰਖ ਦੇ ਵਿੱਚ ਧਿਆਨ ਲਾ। ਸੋ ਇਸ ਤਰ੍ਹਾਂ ਸਿੱਖਾਂ ਨੂੰ ਸੱਚਾ ਧਿਆਨ ਅਤੇ ਪੂਰੇ ਗੁਰੂ ਨੇ ਪੂਰਾ ਗੁਰ ਸ਼ਬਦ ਜਿਹੜਾ ਸੀ ਉਹ ਸਾਧ ਸੰਗਤ ਵਿੱਚ ਪ੍ਰੇਮ ਦੇ ਦੁਆਰਾ ਫਿਰ ਪੂਰਾ ਗਿਆਨ ਜਿਹੜਾ ਉਹ ਸਿੱਖਾਂ ਨੂੰ ਸਮਝਾਇਆ। ਗੁਰ ਚੇਲੇ ਪਰਚਾ ਪਰਚਾਇਆ। ਇਸ ਤਰ੍ਹਾਂ ਗੁਰ ਚੇਲੇ, ਗੁਰੂ ਨੇ ਚੇਲੇ ਨੂੰ ਪ੍ਰੇਮ ਦੇ ਵਿੱਚ ਪਰਚਾਇਆ, ਲਗਾ ਦਿੱਤਾ। ਭਾਵ ਪਰਚਾ ਪਰਚਾਇਆ, ਪ੍ਰੇਮ ਦੇ ਵਿੱਚ ਪਰਚ ਕਰ ਦਿੱਤਾ। ਪਰਚ ਦਾ ਅਰਥ ਹੈ ਜਿਸ ਤਰ੍ਹਾਂ ਅਸੀਂ ਕਿਸੇ ਚੀਜ਼ ਦੇ ਵਿੱਚ ਪਰਿਚਿਤ ਹੋ ਜਾਣਾ। ਇੱਕ ਪਰਿਚਿਤ ਹੁੰਦਾ ਜਾਣ ਪਹਿਚਾਣ ਕਰਨੀ, ਇੱਕ ਪਰਿਚਿਤ ਹੁੰਦਾ ਆਪ ਪਚ ਜਾਣਾ ਕਿਸੇ ਚੀਜ਼ ਦੇ ਅੰਦਰ, ਲਿਪਾਏਮਨ ਹੋ ਜਾਣਾ, ਖੁੱਭ ਜਾਣਾ। ਤਾਂ ਪੂਰੇ ਗੁਰੂ ਨੇ ਕੀ ਕੀਤਾ ਹੈ? ਗੁਰੂ ਨੇ ਚੇਲੇ ਨੂੰ ਪ੍ਰੇਮ ਦੇ ਵਿੱਚ ਲਾ ਦਿੱਤਾ ਹੈ। ਭਾਵ ਇੱਥੇ ਭਾਈ ਲਹਿਣਾ ਜੀ ਵੱਲ ਇਸ਼ਾਰਾ ਹੈ ਕਿ ਗੁਰੂ ਦੀ ਪੂਰਨਤਾ, ਗੁਰੂ ਦੀ ਦਾਤ, ਮਹਿਮਾ ਦਾ ਕਥਨ ਹੈ ਇਸ ਪੌੜੀ ਵਿੱਚ। ਇਸ ਦੇ ਵਿੱਚ ਸਾਰਾ ਮੰਗਲਾਚਰਨ ਹੈ ਪੌੜੀ ਦੇ ਅੰਦਰ। ਤੇ ਸਮਝਾਇਆ ਇਹੀ ਭਾਈ ਸਾਹਿਬ ਨੇ ਕਿ ਪੂਰੇ ਗੁਰੂ ਨੇ ਚੇਲੇ ਨੂੰ ਫਿਰ ਕੀ ਕੀਤਾ ਹੈ ਕਿ ਉਸ ਅਕਾਲ ਪੁਰਖ ਦਾ ਪ੍ਰੇਮ ਜਿਹੜਾ ਹੈ ਉਹ ਲਾ ਦਿੱਤਾ ਹੈ। ਉਸ ਤੋਂ ਉਪਰੰਤ ਫਿਰ ਕਿਰਪਾ ਕਰਕੇ ਪਾਵਨ ਦੂਸਰੀ ਪੌੜੀ ਦੇ ਵਿੱਚ ਜ਼ਿਕਰ ਕਰਦੇ ਹਨ ਕਿ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਭਗਤਾਂ ਦੇ ਵਸ ਹੈ। ਤੇ ਭਗਤਾਂ ਦੇ ਵਸ ਕਿਸ ਤਰ੍ਹਾਂ ਹੈ? ਇੱਥੇ ਕਿਰਪਾ ਕਰਦੇ ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੇ ਕਰਾਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਰਨ ਕਾਰਨ ਸਮਰੱਥ ਹਨ। ਕੋਈ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਕਮੀ ਨਹੀਂ ਹੈ। ਇਹ ਤੇ ਹੁਣ ਜਿਹੜੇ ਅਗਿਆਨੀ ਮਨੁੱਖ ਨੇ ਜਿਨ੍ਹਾਂ ਨੂੰ ਕਮੀਆਂ ਦਿਸਦੀਆਂ, ਪਰ ਗੁਰੂ ਨਾਨਕ ਪਾਤਸ਼ਾਹ ਤਾਂ ਜਿਵੇਂ ਸੰਸਾਰ ਤੇ ਅਵਤਾਰ ਹੋਏ, ਕੋਈ 10 ਕਲਾ, ਕੋਈ 4 ਕਲਾ, ਕੋਈ 6 ਕਲਾ, ਕੋਈ 12 ਕਲਾ, ਕੋਈ 8 ਕਲਾ, ਸਾਰਿਆਂ ਦੀਆਂ ਅਲੱਗ-ਅਲੱਗ ਕਲਾ ਹੈ, ਸ਼ਕਤੀਆਂ ਕਹਿ ਦਈਏ ਉਹਨਾਂ ਦੀਆਂ। ਪਰ ਗੁਰੂ ਨਾਨਕ ਪਾਤਸ਼ਾਹ ਦੇ ਪਰਥਾਏ ਜਦੋਂ ਬਚਨ ਪੜ੍ਹਦੇ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਗੁਰੂ ਨਾਨਕ ਪਾਤਸ਼ਾਹ ਤੇ ਅਨੰਤ ਕਲਾ ਦੇ ਮਾਲਕ ਹਨ। ਗੁਰੂ ਨਾਨਕ ਪਾਤਸ਼ਾਹ ਦੀਆਂ ਕਲਾ, ਖੇਡਾਂ, ਕੌਤਕ ਉਹ ਗਿਣੇ ਮਾਪੇ ਤੋਲੇ ਜਿਹੜੇ ਹਨ ਉਹ ਨਹੀਂ ਜਾ ਸਕਦੇ। ਪਰ ਫਿਰ ਵੀ ਸਾਧ ਸੰਗਤ, ਜਿਸ ਪਹਿਲੀ ਪੌੜੀ ਵਿੱਚ ਸਾਧ ਸੰਗਤ ਦਾ ਵਰਣਨ ਹੋ ਰਿਹਾ, ਉਸੇ ਸਾਧ ਸੰਗਤ ਦੇ ਪਰਥਾਏ ਹੁਣ ਜ਼ਿਕਰ ਕਰਦੇ ਨੇ। ਕਹਿੰਦੇ ਗੁਰੂ ਨਾਨਕ ਗੁਰੂ ਬਾਬੇ ਨੇ
ਸਾਧ ਸੰਗਤ ਨੂੰ ਕਿੰਨੀ ਵੱਡੀ ਮਹਾਨਤਾ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ ਕਿ ਕਰਨ ਕਾਰਨ ਸਮਰੱਥ ਹੈ। ਗੁਰੂ ਨਾਨਕ ਪਾਤਸ਼ਾਹ ਆਪ ਸਾਰੇ ਪ੍ਰਪੰਚ ਦੇ ਕਰਨ ਦੇ ਕਾਰਨ ਦੇ ਸਮਰੱਥ ਨੇ। ਆ ਜਿੰਨਾ ਪ੍ਰਪੰਚ ਬਣਿਆ ਇਹਦਾ ਜਿੰਨਾ ਵੀ ਕਾਰਨ ਬਣਦਾ, ਕਿਉਂਕਿ ਕੋਈ ਵੀ ਚੀਜ਼ ਬਣਦੀ ਹੈ, ਹੁਣ ਫਰਜ਼ ਕਰੋ ਕੋਈ ਪਲਾਸਟਿਕ ਦੀ ਚੀਜ਼ ਹੈ, ਉਹਦਾ ਕਾਰਨ ਕੀ ਹੈ? ਪਲਾਸਟਿਕ ਹੈ। ਫਿਰ ਉਹਦੇ ਤੋਂ ਕੁਰਸੀ ਬਣਾ ਲਓ, ਟੇਬਲ ਬਣਾ ਲਓ, ਕੁਛ ਵੀ ਬਣਾ ਲਓ, ਬੈੱਡ ਹੈ ਲੱਕੜ ਦਾ ਹੈ, ਪਰ ਕਾਰਨ ਲੱਕੜ ਬਣੀ ਹੈ। ਘੜਾ ਹੈ ਮਿੱਟੀ ਦਾ ਹੈ, ਕਾਰਨ ਮਿੱਟੀ ਬਣੀ ਹੈ। ਸੋ ਇਹ ਸਾਰੇ ਪ੍ਰਪੰਚ ਦਾ ਕਾਰਨ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਆਪ ਹੈ, ਗੁਰੂ ਨਾਨਕ ਪਾਤਸ਼ਾਹ। ਫਿਰ ਵੀ ਸਾਧ ਸੰਗਤ ਦਾ ਕਰਾਇਆ। ਸਾਧ ਸੰਗਤ ਨੂੰ ਕਿਤਨੀ ਮਹਾਨ ਵੱਡੀ ਮਹਿਮਾ ਜਿਹੜੀ ਗੁਰੂ ਨਾਨਕ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸਾਧ ਸੰਗਤ ਜੋ ਕੁਝ ਕਰਾਇਆ ਹੈ, ਭਾਵ ਜੋ ਸੰਗਤ ਚਾਹੁੰਦੀ ਹੈ, ਜਿਸ ਤਰ੍ਹਾਂ ਸੰਗਤ ਕਵੇ ਗੁਰੂ ਨਾਨਕ ਪਾਤਸ਼ਾਹ ਉਸ ਤਰ੍ਹਾਂ ਕਰਦੇ ਨੇ। ਭਾਵ ਸੰਗਤ ਦੀ ਬੇਨਤੀ, ਸੰਗਤ ਦੇ ਹੁਕਮ ਨੂੰ ਗੁਰੂ ਨਾਨਕ ਪਾਤਸ਼ਾਹ ਖਿੜੇ ਮੱਥੇ ਪ੍ਰਵਾਨ ਕਰਦੇ ਹਨ। ਫਿਰ ਕਿਰਪਾ ਕਰਦੇ, ਭਰੈ ਭੰਡਾਰ ਦਾਤਾਰ ਹੈ, ਸਾਧ ਸੰਗਤ ਦਾ ਦੇ ਦਿਵਾਇਆ। ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਸਾਰੇ ਭੰਡਾਰੇ ਜਿਹੜੇ ਹਨ ਉਹ ਭਰੇ ਹੋਏ ਨੇ, ਪਰ ਸਾਧ ਸੰਗਤ ਦਾ, ਜਦੋਂ ਸਾਧ ਸੰਗਤ ਬੇਨਤੀ ਰੂਪ ਵਿੱਚ ਕਹਿੰਦੀ ਹੈ ਤਾਂ ਸਾਧ ਸੰਗਤ ਦਾ ਦੇ ਦਿਵਾਇਆ, ਸੰਗਤ ਦਿਵਾਉਂਦੀ ਹੈ। ਜਿਵੇਂ ਅੱਜ ਵੀ ਕੋਈ ਕਾਰਜ ਨਾ ਬਣਦਾ ਹੋਵੇ ਤੇ ਸ਼ਬਦ ਕਿਹਾ ਜਾਂਦਾ ਤੂੰ ਸੰਗਤ ਤੋਂ ਅਰਦਾਸ ਕਰਵਾ, ਭਾਵ ਸੰਗਤ ਵਿੱਚ ਅਰਦਾਸ ਕਰ। ਮਤਲਬ ਸੰਗਤ ਜਦੋਂ ਗੁਰੂ ਨੂੰ ਕਹਿ ਦਵੇ ਕਿ ਮਹਾਰਾਜ ਕਿਰਪਾ ਕਰੋ, ਇਸ ਗਰੀਬ ਦੀ ਝੋਲੀ ਵਿੱਚ ਇਹ ਦਾਤ ਜਿਹੜੀ ਹੈ ਸੋ ਪਾ ਦਿਓ, ਤਾਂ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਦਾ ਹੈ, ਉਹਦੀ ਝੋਲੀ ਵਿੱਚ ਉਹ ਦਾਤ ਪਾ ਦਿੰਦਾ ਹੈ। ਸੋ ਇਸ ਤਰ੍ਹਾਂ ਗੁਰੂ ਦੇ ਕੋਲ ਸਾਰਾ ਕੁਝ ਹੈ, ਪਰ ਸਾਧ ਸੰਗਤ ਇਹ ਵੱਡੀਆਂ ਵੱਡੀਆਂ ਦਾਤਾਂ ਜਿਹੜੀਆਂ ਨੇ, ਕਈ ਵਾਰ ਜਿਨ੍ਹਾਂ ਦੀ ਝੋਲੀ 'ਚ ਨਹੀਂ ਕੋਈ ਦਾਤ ਪੈਂਦੀ ਤਾਂ ਸਾਧ ਸੰਗਤ ਗੁਰੂ ਤੋਂ ਝੋਲੀ ਦੇ ਵਿੱਚ ਦਾਤਾਂ ਜਿਹੜੀਆਂ ਉਹ ਪਵਾ ਦਿੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਦੀ ਮਹਾਨ ਮਹਿਮਾ ਹੈ। ਫਿਰ ਜ਼ਿਕਰ ਕਰਦੇ ਨੇ, ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ। ਫਿਰ ਕਿਰਪਾ ਕਰਕੇ ਭਾਈ ਸਾਹਿਬ ਸਮਝਾਉਂਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਗੁਰੂ ਰੂਪ ਧਾਰ ਕੇ ਸਾਧ ਸੰਗਤ ਦੇ ਵਿੱਚ ਗੁਰਾਂ ਦੇ ਸ਼ਬਦ ਦੇ ਵਿੱਚ ਸਮਾਇਆ ਹੋਇਆ ਹੈ। ਭਾਵ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਸਰਗੁਣ ਸਰੂਪ ਧਾਰ ਕੇ ਤੇ ਸਾਧ ਸੰਗਤ ਦੇ ਵਿੱਚ ਸ਼ਬਦ ਦੁਆਰਾ ਸਮਾਇਆ, ਤੇ ਜਦੋਂ ਕਿਸੇ ਨੇ ਗੁਰੂ ਦੀ ਪ੍ਰਾਪਤੀ ਕਰਨੀ ਹੈ ਤਾਂ ਉਹ ਸ਼ਬਦ ਦੇ ਦੁਆਰਾ ਹੀ ਸੰਗਤ ਦੇ ਵਿੱਚ ਬਹਿ ਕਰਕੇ ਅਕਾਲ ਪੁਰਖ ਦੀ ਸਿਮਰਨ ਸਾਧਨਾ ਕਰਕੇ ਉਹਦੇ ਵਿੱਚ ਜੁੜ ਜਾਂਦਾ ਹੈ। ਭਾਵ ਸੰਸਾਰ ਦੇ ਹੋਰ ਸਾਧਨ ਜਿਹੜੇ ਨੇ ਉਹ ਉਹਦੇ ਕੰਮ ਨਹੀਂ ਆਉਂਦੇ ਹਨ। ਫਿਰ ਕਿਰਪਾ ਕਰਦੇ, ਜੋਗ ਭੋਗ ਜਗ ਗਿਆਨ ਧਿਆਨ, ਜੋਗ ਭੋਗ ਜਗ ਧਿਆਨ ਕਰ, ਪੂਜਾ ਪਰੈ ਨਾ ਦਰਸ਼ਨ ਪਾਇਆ। ਫਿਰ ਕਿਰਪਾ ਕਰਕੇ ਸਮਝਾਉਂਦੇ, ਕਹਿੰਦੇ ਸੰਸਾਰ ਦੇ ਉੱਤੇ ਨਾ ਯੱਗ ਭੋਗ, ਫਿਰ ਪ੍ਰਾਣਾਯਾਮ, ਫਿਰ ਧਿਆਨ ਪੂਜਾ ਆਦਿਕ ਬੜੇ ਸਾਧਨ ਜਿਹੜੇ ਸਨ ਲੋਕ ਕਰਦੇ ਸੀ। ਪੂਜਾ ਪਰੈ ਨਾ ਦਰਸ਼ਨ ਪਾਇਆ, ਪੂਜਾ ਵੀ ਕਰਦੇ ਸੀ ਲੋਕ, ਅੱਜ ਵੀ ਕਰਦੇ ਨੇ, ਪਰ ਇਹ ਸਾਰਾ ਕੁਝ ਕਰਨ ਵਾਲਿਆਂ ਨੇ ਕਰਤੇ ਅਕਾਲ ਪੁਰਖ ਦਾ ਦਰਸ਼ਨ ਨਹੀਂ ਪ੍ਰਾਪਤ ਕੀਤਾ। ਸੋ ਕਿਉਂ ਨਹੀਂ ਪ੍ਰਾਪਤ ਕੀਤਾ? ਕਿਉਂਕਿ ਇਹ ਸਭ ਫੋਕਟ ਕਰਮ ਸਨ। ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਪਹਿਨੈ ਪਹਿਨਾਇਆ। ਕਹਿੰਦੇ ਜਿਹੜਾ ਸਾਧ ਸੰਗਤ ਭਾਵ ਸਤਸੰਗ ਦਾ ਤੇ ਗੁਰੂ ਦਾ ਰਿਸ਼ਤਾ ਜਿਹੜਾ ਉਹ ਪਿਤਾ ਪੁੱਤਰ ਦੀ ਨਿਆਈ ਹੈ। ਜਿਸ ਤਰ੍ਹਾਂ ਪੁੱਤਰ ਜਿਹੜਾ ਉਹ ਪਿਤਾ ਦਾ ਦਿੱਤਾ ਹੋਇਆ ਖਾਂਦਾ ਹੈ ਤੇ ਪਿਤਾ ਜੋ ਲਿਆ ਕੇ ਦਿੰਦਾ ਉਹ ਪਹਿਨਦਾ। ਸੋ ਇਸ ਤਰ੍ਹਾਂ ਸਤ ਸੰਗਤ ਦੇ ਅੰਦਰ ਜਿਹੜੇ ਗੁਰਸਿੱਖ ਹਨ ਨਾ, ਉਹ ਪੂਰੇ ਗੁਰੂ ਦਾ ਦਿੱਤਾ ਹੋਇਆ ਪਹਿਨਦੇ ਨੇ, ਪੂਰੇ ਗੁਰੂ ਦਾ ਦਿੱਤਾ ਹੋਇਆ ਖਾਂਦੇ ਨੇ। ਉਹਨਾਂ ਨੂੰ ਸਮਝ ਆ ਜਾਂਦੀ ਮੇਰੀ ਜ਼ਿੰਦਗੀ 'ਚ ਜੋ ਕੁਝ ਹੈ ਇਹ ਮੈਨੂੰ ਮੇਰੇ ਪੂਰੇ ਗੁਰੂ ਦਾ ਦਿੱਤਾ ਹੋਇਆ। ਸੋ ਇਸ ਤਰ੍ਹਾਂ ਸਾਧ ਸੰਗਤ ਦੀ ਮਹਿਮਾ ਵਰਣਨ ਕਰਦੇ ਨੇ ਕਿ ਸਾਧ ਸੰਗਤ ਦਾ ਗੁਰੂ ਨਾਲ ਪਿਤਾ ਪੁੱਤਰ ਦਾ ਰਿਸ਼ਤਾ ਹੈ। ਜਿਵੇਂ ਪੁੱਤਰ ਦਾ ਕਿਹਾ ਹੋਇਆ ਛੇਤੀ ਪਿਤਾ ਮੋੜਦਾ ਨਹੀਂ ਹੈ, ਇਸ ਤਰ੍ਹਾਂ ਸੰਗਤ ਮਹਾਨ ਹੈ ਤੇ ਸੰਗਤ ਪੁੱਤਰ ਸਰੂਪ ਹੈ ਤੇ ਗੁਰੂ ਪਿਤਾ ਸਰੂਪ ਹੈ। ਸੋ ਇੱਥੇ ਫਿਰ ਅੱਗੇ ਵਰਣਨ ਕਰਕੇ ਦੱਸਦੇ ਨੇ ਕਿ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਜਦ ਗੁਰੂ ਨਾਨਕ ਪਾਤਸ਼ਾਹ ਜੀ
ਚੜਿਆ ਸੋਧਨ ਧਰਤ ਲੁਕਾਈ, ਦੇਸ਼ਾਂ ਦੇਸ਼ਾਂਤਰਾਂ ਦੇ ਰਟਣ ਦੇ ਉੱਤੇ ਕਹੇ, ਬੇਅੰਤ ਜੀਵਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਤਾਰਿਆ। ਤਾਂ ਇਸ ਯਾਤਰਾ ਦੇ ਪਿੱਛੋਂ ਘਰ-ਬਾਰੀ ਭਾਵ ਘਰ ਦੇ ਵਿੱਚ ਗ੍ਰਸਤ ਮਾਰਗ ਵਿੱਚ ਰਹਿ ਕੇ ਉਪਦੇਸ਼ ਦੇਣ ਲੱਗੇ। ਜਦੋਂ ਪਿਛਲੀਆਂ ਪੌੜੀਆਂ 'ਚ ਪੜ੍ਹਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਗ੍ਰਸਤ ਧਰਮ ਜਿਹੜਾ ਸੀ, ਭਾਵ ਗ੍ਰਸਤ ਧਰਮ ਦਾ ਜੋ ਗ੍ਰਸਤੀਆਂ ਦੇ ਕੱਪੜੇ ਸਨ ਉਹਨਾਂ ਨੂੰ ਧਾਰਨ ਕਰ ਲਿਆ। ਭੇਖ ਉਦਾਸੀ ਸਗਲ ਉਤਾਰਾ, ਜਦੋਂ ਕਰਤਾਰਪੁਰ ਸਾਹਿਬ ਆ ਕੇ ਬੈਠੇ ਨੇ ਤਾਂ ਉਤੋਂ ਪਹਿਰ ਸੰਸਾਰੀ ਕੱਪੜੇ, ਉਦੋਂ ਸੰਸਾਰੀ ਗ੍ਰਸਤੀਆਂ ਵਾਲੇ ਕੱਪੜੇ ਜਿਹੜੇ ਉਹ ਧਾਰਨ ਕਰ ਲਏ। ਤੇ ਇਸ ਲਈ ਭਾਈ ਸਾਹਿਬ ਕਹਿੰਦੇ ਘਰ-ਬਾਰ ਹੀ ਹੋਏ ਵਰਤਿਆ। ਫਿਰ ਗ੍ਰਸਤ ਮਾਰਗ ਦੇ ਵਿੱਚ ਰਹਿ ਕਰਕੇ, ਪਰਿਵਾਰ ਵਿੱਚ ਰਹਿ ਕਰਕੇ ਉਪਦੇਸ਼ ਦੇਣ ਲੱਗੇ। ਤੇ ਘਰ-ਬਾਰੀ ਸਿੱਖ ਜਿਹੜਾ ਸੀ, ਭਾਵ ਭਾਈ ਲਹਿਣਾ ਜੋ ਗ੍ਰਸਤੀ ਸਿੱਖ ਹੈ, ਉਹਨੂੰ ਆਪਣੇ ਪੈਰੀਂ ਪਾਇਆ ਭਾਵ ਕਿ ਆਪਣਾ ਸਰੂਪ ਦੇ ਕਰਕੇ, ਆਪਣੀ ਜੋਤ ਦੇ ਮਾਲਕ ਬਣਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਉਹਨਾਂ ਨੂੰ ਥਾਪ ਦਿੱਤਾ ਹੈ। ਮਾਇਆ ਵਿੱਚ ਉਦਾਸ ਰਖਾਇਆ। ਤੇ ਭਾਈ ਲਹਿਣਾ ਜੀ ਨੂੰ ਵੀ ਕੀ ਅਵਸਥਾ ਦੇ ਦਿੱਤੀ, ਉਹ ਵੀ ਮਾਇਆ ਦੇ ਵਿੱਚ ਉਦਾਸ ਨੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਸਾਰੇ ਜਗਤ ਦੀ ਮਾਇਆ ਦੇ ਮਾਲਕ ਹੋ ਕੇ ਵੀ ਮਾਇਆ ਵਿੱਚ ਉਦਾਸ ਨੇ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਹੂਬਹੂ ਉਸੇ ਤਰ੍ਹਾਂ ਜਿੰਨਾ ਸਮਾਂ ਆਪਣੇ ਸਰੀਰ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਸੰਗਤ ਨੂੰ, ਮਾਇਆ ਦੇ ਵਿੱਚ ਉਦਾਸ ਰਹੇ ਨੇ। ਭਾਵ ਇੰਝ ਹੈ ਜਿਵੇਂ ਸੰਸਾਰ ਦੇ ਵਿੱਚ ਅੱਜ ਵੀ ਬੜੇ ਆਡੰਬਰ ਧਾਰਨ ਕਰਨ ਵਾਲਿਆਂ ਦੀਆਂ ਗੱਦੀਆਂ ਚੱਲਦੀਆਂ ਨੇ, ਪਰ ਉਹਨਾਂ 'ਚ ਕੀ ਹੁੰਦਾ, ਜਿਹੜਾ ਸਾਰਿਆਂ ਤੋਂ ਪਹਿਲਾਂ ਹੈ ਉਹਦੀ ਪਾਵਰ, ਉਹਦੀ ਰੂਹਾਨੀਅਤ, ਉਹਦੀ ਸ਼ਕਤੀ ਹੋਰ ਹੁੰਦੀ ਹੈ। ਜਿਹੜਾ ਬਾਅਦ ਵਿੱਚ ਆਉਂਦਾ ਹੈ ਉਹਦਾ ਜੀਵਨ ਹੋਰ ਤਰ੍ਹਾਂ ਦਾ ਹੁੰਦਾ ਹੈ, ਜਿਹੜਾ ਉਸ ਤੋਂ ਬਾਅਦ ਆਉਂਦਾ ਉਹਦਾ ਜੀਵਨ ਬਿਲਕੁਲ ਹੀ ਹੋਰ ਤਰ੍ਹਾਂ ਦਾ ਹੁੰਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ 10 ਪਾਤਸ਼ਾਹੀਆਂ ਦੇ ਜਦੋਂ ਆਤਮਿਕ ਜੀਵਨ ਨੂੰ, ਆਤਮਿਕ ਉਪਦੇਸ਼ ਨੂੰ, ਆਤਮਿਕ ਰੂਹਾਨੀਅਤ ਨੂੰ, ਅੰਦਰ ਦੀ ਕਲਾ ਨੂੰ, ਅੰਦਰ ਦੀ ਸ਼ਕਤੀ ਨੂੰ ਜਦੋਂ ਦੇਖਦੇ ਹਾਂ, ਕੋਈ ਫਰਕ ਨਹੀਂ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਮਾਇਆ ਦੇ ਵਿੱਚ ਉਦਾਸ ਨੇ, ਨਿਰਲੇਪ ਨੇ, ਉਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਮਾਇਆ ਦੇ ਵਿੱਚ ਉਦਾਸ ਰਖਾਇਆ, ਉਸੇ ਤਰ੍ਹਾਂ ਨਿਰਲੇਪ ਅਵਸਥਾ ਉਹਨਾਂ ਨੇ ਵੀ ਰੱਖਣਾ ਕੀਤੀ ਹੈ। ਹੁਣ ਇਸ ਤੋਂ ਬਾਅਦ ਤੀਜੀ ਪੌੜੀ 'ਚ ਗੁਰਮੁਖਾਂ ਦਾ ਜੀਵਨ ਕੈਸਾ ਹੈ, ਗੁਰਮੁਖਾਂ ਦੀ ਨਿਤ ਕਿਰਿਆ ਕੀ ਹੈ। ਕਿਉਂਕਿ ਸਵਾਲ ਕੀਤਾ ਕਿ ਮਹਾਰਾਜ ਜੀ, ਭਾਈ ਗੁਰਦਾਸ ਜੀ ਨੂੰ ਸਿੱਖ ਪੁੱਛਦੇ ਨੇ ਕਿ ਦੁਨੀਆ 'ਤੇ ਜਿਤਨੇ ਵੀ ਧਰਮ ਨੇ, ਹਰ ਧਰਮ ਦੀ ਆਪਣੀ ਮਰਿਆਦਾ ਹੈ। ਉਸ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਉਹਨਾਂ ਦੇ ਕਾਇਦੇ ਕਾਨੂੰਨ ਨੇ। ਇਸਲਾਮ ਨੂੰ ਮੰਨਣ ਵਾਲਿਆਂ ਵਾਸਤੇ ਇਸਲਾਮ ਨੇ ਕਾਇਦੇ ਕਾਨੂੰਨ ਬਣਾਏ ਹੋਏ, ਮਰਿਆਦਾ ਸ਼ਰ੍ਹਾ ਬਣਾਈ ਹੋਈ ਹੈ। ਹਿੰਦੂ ਧਰਮ ਨੂੰ ਮੰਨਣ ਵਾਲਿਆਂ ਵਾਸਤੇ ਉਹਨਾਂ ਦੀ ਮਰਿਆਦਾ ਬਣੀ ਹੋਈ, ਰੀਤੀ ਰਿਵਾਜ ਬਣੇ ਹੋਏ ਨੇ। ਜੋ ਸਿੱਖ ਨੇ ਉਹਦੇ ਵਾਸਤੇ ਵੀ ਕੋਈ ਮਰਿਆਦਾ ਬਣੀ ਹੋਈ ਖਾਸ, ਕਿਉਂਕਿ ਹਿੰਦੂ ਵਾਸਤੇ ਕੀ ਹੈ, ਉਹਨੇ ਗਾਇਤਰੀ ਮੰਤਰ ਪੜ੍ਹਨਾ, ਉਹਨੇ ਸੰਧਿਆ ਕਰਨੀ। ਮੁਸਲਮਾਨ 5 ਨਮਾਜ਼ਾਂ ਦਾ ਪੱਕਾ ਹੋਵੇ, ਉਹਦੀ ਮਰਿਆਦਾ ਬਣੀ ਹੋਈ ਹੈ। ਸਿੱਖ ਵਾਸਤੇ ਕੀ ਮਰਿਆਦਾ ਹੈ। ਤਾਂ ਬਾਣੀ ਦੇ ਜਦੋਂ ਪ੍ਰਮਾਣ ਦੇਖਦੇ ਤਾਂ ਭਾਈ ਗੁਰਦਾਸ ਜੀ ਨੇ ਜੋ ਇਹ ਪਾਵਨ ਪੌੜੀ ਹੈ, ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਸੋ ਇਸ ਤਰ੍ਹਾਂ ਸਿੱਖ ਦੀ ਨਿਤ ਕਿਰਿਆ ਜਿਹੜੀ ਉਹ ਵਰਣਨ ਕੀਤੀ, ਬੇਅੰਤ ਵਾਰ ਬਾਣੀ 'ਚ ਐਸੇ ਪ੍ਰਮਾਣ ਦਿੱਤੇ। ਪਰ ਭਾਈ ਸਾਹਿਬ ਇੱਥੇ ਕੀ ਸਮਝਾਉਂਦੇ ਨੇ, ਸਿੱਖ ਦੀ ਨਿਤ ਕਿਰਿਆ ਕੀ ਹੈ। ਅੰਮ੍ਰਿਤ ਵੇਲੇ ਉੱਠ ਕੇ ਜਾਏ, ਅੰਮ੍ਰਿਤ ਵੇਲੇ ਉੱਠ ਕੇ ਜਾਏ, ਅੰਦਰ ਦਰਿਆਏ ਨਵੰਦੇ। ਚਾਲਾਂਗੇ ਉੱਠ ਕੇ ਨਾ ਅੰਮ੍ਰਿਤ ਵੇਲੇ ਦਰਿਆ ਦੇ ਵਿੱਚ, ਭਾਵ ਜੋ ਵੀ ਨਗਰ ਦੇ ਵਿੱਚ ਕੋਈ ਸਰੋਵਰ ਹੈ, ਕੋਈ ਖੂਹ ਆਦਿਕ ਹੈ, ਉਹਦੇ ਜਲ ਦੇ ਵਿੱਚ ਜਾ ਕਰਕੇ ਇਸ਼ਨਾਨ ਕਰਦੇ ਹਨ। ਭਾਵ ਸਿੱਖ ਦਾ ਪਹਿਲਾ ਕਰਮ ਉੱਠ ਕੇ ਸਰੀਰ ਦੀ ਪਵਿੱਤਰਤਾ ਹੈ। ਹਾਲਾਂਕਿ ਅੱਜ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਪਹਿਲਾਂ ਉੱਠਦਾ, ਕੁਝ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਉੱਠਦਿਆਂ ਬੈੱਡ 'ਤੇ ਚਾਹ ਚਾਹੀਦੀ, ਤੇ ਫਿਰ ਇਹ ਵੀ ਨਹੀਂ ਕਹਿੰਦੇ ਜੀ ਅਸੀਂ ਉੱਠਦਿਆਂ ਪਹਿਲਾਂ ਚਾਹ ਦਾ ਗਲਾਸ ਪੀਂਦੇ ਹਾਂ। ਬੜੇ ਸੱਭਿਅਕ ਜੀ ਭਾਸ਼ਾ ਬਣਾ ਕੇ ਕਹਿੰਦੇ ਨੇ ਅਸੀਂ ਬੈੱਡ ਟੀ ਲੈਂਦੇ ਹਾਂ, ਵੀ ਉਹਦੇ ਨਾਲ ਥੋੜ੍ਹੀ ਜਿਹੀ ਟੌਰ ਬਣ ਜਾਂਦੀ ਹੈ ਵੀ ਅਸੀਂ ਬੈੱਡ ਟੀ ਲੈਂਦੇ। ਪਤਾ ਨਹੀਂ ਸੀ ਕਿੱਡੇ ਕੁ ਵੱਡੇ ਅਮੀਰਜ਼ਾਦੇ ਹਾਂ। ਪਰ ਕਈ ਮਾੜੀਆਂ ਆਦਤਾਂ ਨੂੰ ਵੀ ਨਾ ਅਸੀਂ ਇਸ ਤਰ੍ਹਾਂ ਲਿਪ ਪੋਚ ਕੇ ਪੇਸ਼ ਕਰਦੇ ਹਾਂ ਵੀ ਉਹ ਫਿਰ ਉਹ ਸਮਝਣ ਦੇ ਵਿੱਚ ਮਾੜੀ ਲੱਗਦੀ ਨਹੀਂ। ਜੇ ਸਿੱਧਾ ਕਹਿ ਦਿਓ ਮੈਂ ਸਵੇਰੇ ਉੱਠ ਕੇ ਪਹਿਲਾਂ ਗਲਾਸ ਚਾਹ ਦਾ ਪੀਣਾ, ਅਤੇ ਸੁਣਨ ਵਾਲੇ ਨੂੰ ਔਖਾ ਜਿਹਾ ਲੱਗਦਾ ਵੀ ਏਡੀ ਮਾੜੀ ਆਦਤ। ਹੁਣ ਉਸੇ ਗੱਲ ਨੂੰ ਫਿਰ ਕਹਿੰਦਾ ਮੈਂ ਬੈੱਡ ਟੀ ਮੇਰਾ ਸੁਭਾਅ ਹੈ, ਸਵੇਰੇ ਉੱਠ ਕੇ ਮੈਂ ਬੈੱਡ ਟੀ ਲੈਣਾ, ਅਤੇ ਸਾਹਮਣੇ ਵਾਲਾ ਆਖੂਗਾ ਬੜਾ ਪੜ੍ਹਿਆ ਲਿਖਿਆ ਬੰਦਾ ਹੈ ਵੀ। ਬਸ ਆ ਅੱਜ ਦਾ ਮਾਹੌਲ ਚੱਲਦਾ ਹੈ।
ਪਰ ਸਿੱਖ ਦਾ ਸਾਰਿਆਂ ਤੋਂ ਪਹਿਲਾ ਕਰਮ ਹੈ ਉੱਠਦੇ ਸਾਰ ਇਸ਼ਨਾਨ ਕਰਨਾ। ਤੇ ਤਜਰਬਾ ਤੁਹਾਡਾ ਸਾਰਿਆਂ ਦਾ ਹੋਏਗਾ, ਜੇ ਉੱਠਦੇ ਸਾਰ ਇਸ਼ਨਾਨ ਦਾ ਵਕਤ ਖੁੰਝਾ ਦਿੱਤਾ ਨਾ, ਉਸ ਤੋਂ ਬਾਅਦ ਸਾਰਾ ਦਿਨ ਛੇਤੀ ਬੰਦੇ ਦਾ ਇਸ਼ਨਾਨ ਕਰਨ ਨੂੰ ਜੀ ਨਹੀਂ ਕਰਦਾ। ਖਾਸ ਕਰਕੇ ਸਰਦੀਆਂ ਦੀ ਰੁੱਤ ਦੇ ਵਿੱਚ ਇੱਕ ਵਾਰ ਉੱਠਣ ਤੋਂ ਬਾਅਦ ਜੇ ਨਹਾਉਣ ਦਾ ਇਸ਼ਨਾਨ ਦਾ ਸਮਾਂ ਖੁੰਝਾ ਦਿੱਤਾ, ਬਸ ਫਿਰ ਕਦੀ ਮਨ ਕਹੇਗਾ ਚਾਹ ਪੀ ਕੇ ਨਹਾਉਣੇ ਆ, ਕਦੀ ਆਖੇਗਾ ਚੱਲ ਨਾਸ਼ਤਾ ਕਰਕੇ ਨਹਾਉਣੇ ਆ, ਕਦੀ ਆਖੇਗਾ ਆਹ ਕਰਕੇ ਨਹਾਉਣੇ ਆ, ਦੁਪਹਿਰ ਧੁੱਪ ਚੜ੍ਹੇਗੀ, ਧੁੱਪ ਚੜ੍ਹੀ ਤੋਂ ਨਹਾਵਾਂਗੇ, ਧੁੱਪ ਚੜ੍ਹਿਆ ਕੋਈ ਕੰਮ ਪੈ ਗਿਆ, ਹੁਣ ਰਾਤ ਪੈ ਗਈ, ਠੰਡ ਹੋ ਜਾਣੀ ਹੈ, ਚੱਲ ਕੱਲ੍ਹ ਨੂੰ ਹੀ ਨਹਾਵਾਂਗੇ। ਜਿਹਨੇ ਉੱਠਦੇ ਸਾਰੇ ਇਸ਼ਨਾਨ ਕਰ ਲਿਆ ਉਹਦਾ ਵਕਤ ਨਹੀਂ ਖੁੰਝੇਗਾ। ਸੋ ਇਸ ਕਰਕੇ ਸਿੱਖ ਸਾਰਿਆਂ ਤੋਂ ਪਹਿਲਾਂ ਕੀ ਕਰਦੇ ਸਨ? ਪੁਰਾਤਨ ਸਿੱਖ ਵੀ ਅੰਮ੍ਰਿਤ ਵੇਲੇ ਉੱਠ ਕੇ ਸਾਰਿਆਂ ਤੋਂ ਪਹਿਲਾਂ ਇਸ਼ਨਾਨ ਕਰਦੇ ਸਨ। ਇਸ ਲਈ ਭਾਈ ਸਾਹਿਬ ਕਹਿੰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ। ਹੁਣ ਨਹਾਉਣ ਤੋਂ ਬਾਅਦ ਫਿਰ ਕੀ ਕਰਦੇ ਨੇ? ਹੁਣ ਕਈਆਂ ਦਾ, ਮੇਰੇ ਵਰਗਿਆਂ ਦਾ ਸੁਭਾਅ ਹੈ ਕਿ ਨਹਾਉਣ ਤੋਂ ਬਾਅਦ ਕਹਿਣਗੇ ਜੀ ਪਹਿਲਾਂ ਚਾਹ ਪੀਣੀ ਹੈ, ਬਾਕੀ ਕੰਮ ਬਾਅਦ 'ਚ ਵਿੱਚ ਵੇਖਾਂਗੇ। ਪਰ ਗੁਰਸਿੱਖ ਕੀ ਕਰਦੇ? ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰ ਜਾਪ ਜਪੰਦੇ। ਉਹ ਡੂੰਗੀ ਸਹਿਜ ਸਮਾਧੀ ਜਿਹੜੀ ਹੈ ਨਾ, ਭਾਵ ਸ਼ਾਂਤ ਸਮਾਧੀ ਰੂਪ ਵਿੱਚ ਇੱਕ ਮਨ ਹੋ ਕਰਕੇ ਇਸ਼ਨਾਨ ਕਰਕੇ, ਸ਼ੁੱਧ ਹੋ ਕਰਕੇ, ਸਰੀਰਕ ਤੌਰ 'ਤੇ ਪਵਿੱਤਰਤਾ ਧਾਰਨ ਕਰਕੇ, ਸਾਫ ਆਸਨ ਦੇ ਉੱਤੇ ਚੌਂਕੜਾ ਮਾਰ ਕੇ, ਗੁਰੂ ਕੀ ਬਾਣੀ ਦਾ ਗੁਟਕਾ ਸਾਹਿਬ ਹੱਥ ਵਿੱਚ ਪਕੜ ਕੇ ਨਿਤਨੇਮ ਕਰਦੇ। ਉਸ ਤੋਂ ਬਾਅਦ ਫਿਰ ਨਿਜ ਸਰੂਪ ਦੇ ਵਿੱਚ ਐਨ ਸ਼ਾਂਤ ਮਨ ਹੋ ਕਰਕੇ, ਇੱਕ ਮਨ ਹੋ ਕਰਕੇ ਗੁਰ ਜਾਪ ਜਪੰਦੇ। ਵਾਹਿਗੁਰੂ 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 ਇੰਜ ਜਪਦੇ ਹਨ। ਇੱਕ ਮਨ, ਇੱਕ ਚਿੱਤ ਇਕਾਗਰ ਹੋ ਕਰਕੇ। ਮੱਥੈ ਟਿੱਕੇ ਲਾਲ ਲਾਏ, ਸਾਧ ਸੰਗਤ ਚੱਲ ਜਾਏ ਬਹੰਦੇ। ਫਿਰ ਉਹ ਆਪਣੇ ਮੱਥੇ ਦੇ ਉੱਤੇ ਨਾ ਸੁਰਖ ਰੋਈ ਦਾ ਟਿੱਕਾ ਲਾਉਂਦੇ ਨੇ। ਹੁਣ ਇਹਦਾ ਇਹ ਅਰਥ ਨਹੀਂ ਕਰ ਲੈਣਾ ਕਿ ਲਾਲ ਟਿੱਕਾ ਜਿਹੜਾ ਉਹ ਲਾਉਂਦੇ ਨੇ ਵੀ ਕੋਈ ਕੇਸਰ ਦਾ ਟਿੱਕਾ ਲਾ ਲੈਣਾ ਜਾਂ ਕੋਈ ਸੰਧੂਰ ਦਾ ਲਾਲ ਟਿੱਕਾ ਲਾ ਕੇ ਤੁਰ ਪੈਂਦਾ ਹੋਵੇਗਾ। ਨਹੀਂ, ਭਾਵ ਜਦੋਂ ਨਿਤਨੇਮ ਕਰਦੇ ਨੇ, ਜਦੋਂ ਗੁਰੂ ਗੁਰੂ ਜਪਦੇ ਨੇ, ਅੰਦਰ ਦੀ ਰੂਹਾਨੀਅਤ ਨੂੰ ਮਾਣਦੇ ਨੇ, ਤਾਂ ਉਹਨਾਂ ਦਾ ਮੱਥਾ ਜਿਹੜਾ ਉਹ ਡਲਕਦਾ ਹੈ। ਉਹਨਾਂ ਦੇ ਮੱਥੇ ਦੇ ਉੱਤੇ ਜਿਹੜਾ ਗੁਰੂ ਦੀ ਬਖਸ਼ਿਸ਼, ਗੁਰੂ ਦੇ ਦਰ ਦੀ ਸੁਰਖ ਰੋਈ ਦਾ ਟਿੱਕਾ ਲੱਗਾ, ਉਹਦੇ ਸਾਹਮਣੇ ਦੁਨੀਆ ਦੇ ਟਿੱਕਿਆਂ ਦੀ ਗੱਲ ਛੱਡੋ, ਵੱਡੇ ਵੱਡੇ ਸੂਰਜਾਂ ਦੇ ਚਾਨਣ ਫਿੱਕੇ ਪੈ ਜਾਂਦੇ ਨੇ। ਕਿਉਂਕਿ ਉਹਨਾਂ ਦੇ ਮੱਥੇ ਦੀ ਚਮਕ ਐਸੀ, ਜਿਹਨੂੰ ਸਾਹਿਬ ਕਹਿੰਦੇ ਗੁਜੜਾ ਲੱਦਮ ਲਾਲ ਮੱਥਾ ਹੀ ਪ੍ਰਗਟ ਥੀਆ। ਜਿਨ੍ਹਾਂ ਦੇ ਅੰਦਰ ਕੁਝ ਹੈ ਨਾ, ਉਹਨਾਂ ਦਾ ਮਸਤਕ ਦੱਸੇਗਾ ਇਹਨਾਂ ਦੇ ਕੋਲ ਕੁਝ ਹੈ। ਜੇ ਤੁਹਾਡੇ ਪੱਲੇ ਦੇ ਵਿੱਚ ਕੋਈ ਹੀਰਾ, ਕੋਈ ਲਾਲ, ਕੋਈ ਮਾਇਆ ਕਣੀ ਬੰਨੀ ਹੈ, ਤੁਹਾਡੇ ਮੱਥੇ ਚਿਹਰੇ ਦੀ ਰੌਣਕ ਦੱਸੇਗੀ ਤੁਹਾਡੇ ਕੋਲ ਕੁਝ ਹੈ। ਸੋ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਨਾਮ ਦਾ ਕਿਣਕਾ ਹੈ, ਉਹ ਬੇਸ਼ੱਕ ਛੁਪਾ ਕੇ ਰੱਖਣ, ਪਰ ਉਹਨਾਂ ਦੇ ਮੱਥੇ ਦੀ ਡਲਕ ਦੱਸੇਗੀ ਇਹਨਾਂ ਕੋਲ ਕੁਝ ਹੈ। ਤਾਂ ਭਾਈ ਸਾਹਿਬ ਕਹਿੰਦੇ ਉਹ ਸੁਰਖਰੂ ਦਾ ਲਾਲ ਰੱਤਾ ਚਿਹਰਾ, ਉਹ ਰੂਹਾਨੀਅਤ ਨਾਲ ਦਗ-ਦਗ ਕਰਦਾ ਉਹਨਾਂ ਦਾ ਚਿਹਰਾ ਜਿਹੜਾ ਫਿਰ ਇਹ ਉਹਨਾਂ ਦੇ ਮਸਤਕ ਦੇ ਉੱਤੇ ਟਿੱਕਾ ਹੈ। ਤੇ ਫਿਰ ਸਤ ਸੰਗਤ ਦੇ ਵਿੱਚ ਜਾਂਦੇ ਨੇ, ਉੱਥੇ ਜਾ ਕੇ ਚੌਂਕੜਾ ਮਾਰ ਕੇ ਬਹਿੰਦੇ ਨੇ। ਇਹ ਵੀ ਹੰਕਾਰ ਨਹੀਂ ਕਿ ਮੈਂ ਘਰੇ ਨਿਤਨੇਮ ਕਰ ਲਿਆ, ਮੈਂ ਘਰੇ ਵਾਹਿਗੁਰੂ ਵਾਹਿਗੁਰੂ ਜਪ ਲਿਆ, ਮੈਨੂੰ ਕੀ ਲੋੜ ਹੈ। ਕਿਉਂਕਿ ਮਾफ़ ਕਰਿਓ ਸ਼ਬਦ ਕਵਾਂ, ਇਹ ਬਹੁਤ ਐਸੇ ਸਿੱਖ ਹੁੰਦੇ ਨੇ ਜਿਹੜੇ ਘਰੇ ਜਪਣਾ ਮੁਬਾਰਕ ਹੈ, ਗੁਰੂ ਨੇ ਕਿਹਾ ਘਰੇ ਬਹਿ ਕੇ ਜਪ ਧਿਆ ਸਾਰਾ ਕੁਝ ਕਰ, ਪਰ ਅਸੀਂ ਇਹ ਕਹਿ ਦਿੰਦੇ ਮੈਂ ਘਰੇ ਜਪ ਲੈਣਾ ਜੀ, ਮੈਂ ਸੰਗਤ ਵਿੱਚ ਨਹੀਂ ਜਾਂਦਾ। ਕਿਉਂ? ਅਸੀਂ ਘਰੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਮੁਬਾਰਕ ਹੈ, ਚਾਹੀਦਾ ਹੈ, ਤੂੰ ਘਰੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਪਰ ਇੱਥੇ ਤੂੰ ਇਕੱਲਾ ਬੈਠਾ ਹੈ। ਜਦੋਂ ਸਤ ਸੰਗਤ ਦੇ ਵਿੱਚ ਜਾਏਗਾ, ਪਤਾ ਹੀ ਨਹੀਂ ਕਿਤਨੀਆਂ ਕੁ ਪਿਆਰ ਵਾਲੀਆਂ ਰੱਬੀ ਰੂਹਾਂ ਦੇ ਦਰਸ਼ਨ ਹੋਣਗੇ। ਸਾਧ ਸੰਗਤ ਦੀ ਬੜੀ ਮਹਾਨ ਮਹਿਮਾ ਹੈ। ਘਰੇ ਜਿੰਨਾ ਮਰਜ਼ੀ ਜਾਪ ਕਰੋ ਮੁਬਾਰਕ ਹੈ, ਪਰ ਸੰਗਤ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ। ਸਿੱਖ ਨੂੰ 2 ਵਕਤ ਦੋਨੋਂ ਵੇਲੇ ਸੰਗਤ ਵਿੱਚ ਜਾਣ ਦਾ ਹੁਕਮ ਕੀਤਾ ਕਲਗੀਧਰ ਪਾਤਸ਼ਾਹ ਨੇ। ਇਹ 'ਤੇ ਅਸੀਂ ਅਗਿਆਨੀ ਹਾਂ ਕਿ ਇੱਕ ਵਾਰ ਵੀ ਜਾ ਕੇ ਰਾਜੀ ਨਹੀਂ। ਹੁਣ ਕਈ ਸ਼ਹਿਰਾਂ ਮੁਲਕਾਂ 'ਚ ਤਾਂ ਇਸ ਤਰ੍ਹਾਂ ਦੇ ਜਿਵੇਂ ਕਹਿ ਲਓ ਸੁਭਾਅ ਬਣ ਗਏ ਨੇ, ਨਹੀਂ ਜੀ ਅਸੀਂ ਐਤਵਾਰ ਹੀ ਜਾਂਦੇ ਹਾਂ ਗੁਰੂ ਘਰ, ਕੋਈ ਕਿਤੇ ਵੀਰਵਾਰ ਦੀਵਾਨ ਲੱਗਦਾ, ਕਿਤੇ ਸ਼ੁੱਕਰਵਾਰ, ਉਹ ਐਸਾ ਸੁਭਾਅ ਬਣ ਜਾਂਦਾ ਵੀ ਅਸੀਂ ਤਾਂ ਹਫਤਾਵਾਰੀ ਦੀਵਾਨ 'ਚ ਹੀ ਜਾਂਦੇ ਹਾਂ ਜੀ। ਪਰ ਕਲਗੀਧਰ ਪਾਤਸ਼ਾਹ ਨੇ ਸਿੱਖ ਨੂੰ ਦੋਨੋਂ ਵੇਲੇ ਧਰਮਸ਼ਾਲਾ ਵਿੱਚ, ਗੁਰੂ ਘਰ ਵਿੱਚ, ਗੁਰੂ ਕੀ ਹਜ਼ੂਰੀ ਜਾਣ ਦਾ ਹੁਕਮ ਕੀਤਾ ਹੋਇਆ। ਸੋ ਖੈਰ, ਘਰ ਦੇ ਵਿੱਚ ਬਹਿ ਕੇ ਜਪਦੇ ਨੇ, ਧਿਆਉਂਦੇ ਨੇ, ਫਿਰ ਸਾਧ ਸੰਗਤ ਵਿੱਚ ਜਾ ਕੇ ਚੌਂਕੜਾ ਮਾਰ ਕੇ ਬਹਿੰਦੇ ਨੇ। ਉੱਥੇ ਵੀ ਫਿਰ ਕੀ ਕਰਦੇ? ਸ਼ਬਦ ਸੁਰਤ ਲਿਵ ਲੀਨ ਹੋਏ, ਸਤਿਗੁਰ ਬਾਣੀ ਗਾਏ ਸੁਣੰਦੇ। ਸ਼ਬਦ ਦੀ ਗਿਆਤ ਦੇ ਵਿੱਚ ਨਾ ਐ ਲਿਵ ਲੀਨ ਹੋ ਜਾਂਦੇ ਨੇ, ਮਗਨ ਹੋ ਜਾਂਦੇ ਨੇ। ਫਿਰ ਸਤਿਗੁਰੂ ਦੀ ਬਾਣੀ ਨੂੰ ਗਾਉਂਦੇ ਨੇ, ਸੁਣਦੇ ਨੇ, ਭਾਵ ਕੋਈ ਕੀਰਤਨ ਕਰਕੇ ਸੁਣਾਉਂਦਾ ਹੈ ਸੰਗਤ ਨੂੰ। ਹੁਣ ਜਿਹਨੂੰ ਮੇਰੇ ਵਰਗੇ ਨੂੰ ਨਹੀਂ ਆਉਂਦਾ,
ਉਹ ਫਿਰ ਇਹ ਨਹੀਂ ਕਹਿੰਦਾ ਵੀ ਮੈਨੂੰ ਆਉਂਦਾ ਨਹੀਂ, ਉਹ ਆਪ ਬਹਿ ਕੇ ਸੁਣਦਾ ਹੈ, ਫਿਰ ਜਾਂ ਸੁਣਾ ਲੈਂਦੇ ਨੇ ਜਾਂ ਸੁਣ ਲੈਂਦੇ। ਫਿਰ ਦੂਜਾ ਇਹ ਹੈ, ਜੇ ਇੱਕ ਸ਼ਬਦ ਸੁਣਾ ਦਿੱਤਾ ਹੈ, ਉਸ ਤੋਂ ਬਾਅਦ ਇਹ ਨਹੀਂ ਕਿ ਮੈਂ ਤਾਂ ਆਪਦੀ ਹਾਜ਼ਰੀ ਭਰ ਲਈ, ਹੁਣ ਮੈਂ ਚੱਲਾ, ਨਹੀਂ। ਜਿਹੜੇ ਪਿਆਰ ਵਾਲੇ ਨੇ ਨਾ, ਉਹ ਜਿੱਥੇ ਸੁਣਾਉਣ ਦਾ ਚਾਅ ਰੱਖਦੇ ਨੇ ਉੱਥੇ ਸੁਣਨ ਦਾ ਵੀ ਚਾਅ ਰੱਖਦੇ ਨੇ। ਬੜੇ ਐਸੇ ਪਿਆਰ ਵਾਲੇ ਗੁਰੂ ਕੇ ਕੀਰਤਨੀਏ ਅੱਜ ਵੀ ਹਨ, ਜਿਹੜੇ ਦੀਵਾਨਾਂ ਦੇ ਵਿੱਚ ਪਹਿਲਾਂ ਪਹੁੰਚ ਕੇ ਸਰਵਣ ਕਰਦੇ ਨੇ, ਆਪਣੀ ਹਾਜ਼ਰੀ ਭਰਨ ਤੋਂ ਬਾਅਦ 20 ਘੰਟਿਆਂ ਬੱਧੀ ਬਹਿ ਕੇ ਸਰਵਣ ਕਰਦੇ। ਪਰ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਸਿਰਫ ਇੱਥੋਂ ਤੱਕ ਸੀਮਤ ਹੈ, ਅਸੀਂ ਆਪਣੇ ਵੱਲੋਂ ਜੋ ਸੁਣਾਉਣਾ, ਨਾ ਸਾਡੇ ਤੋਂ ਪਹਿਲਾਂ ਲੱਗੇ ਨੂੰ ਅਸੀਂ ਸੁਣਨਾ, ਨਾ ਸਾਡੇ ਤੋਂ ਬਾਅਦ ਵਾਲੇ ਨੂੰ ਅਸੀਂ ਸੁਣਨਾ ਹੈ। ਪਰ ਖੈਰ, ਆਪੋ ਆਪਣੀ ਸਮਝ ਹੈ, ਕਿਸੇ ਦੇ ਉੱਤੇ ਕੋਈ ਕਟਾਕਸ਼ ਨਹੀਂ ਹੈ। ਸੋ ਪਰ ਭਾਈ ਸਾਹਿਬ ਨੇ ਕਿਹਾ ਕਿ ਗੁਰਮੁਖ ਪਿਆਰੇ ਕੀ ਕਰਦੇ ਨੇ, ਸੰਗਤ ਵਿੱਚ ਜਾ ਕੇ ਸ਼ਬਦ ਦੇ ਵਿੱਚ ਲਿਵ ਲਾ ਕੇ ਮਗਨ ਹੁੰਦੇ ਨੇ, ਤੇ ਸਤਿਗੁਰਾਂ ਦੀ ਬਾਣੀ ਜਿਹੜੀ ਉਹ ਗਾਉਂਦੇ ਨੇ, ਸੁਣਦੇ ਨੇ, ਜਪਦੇ ਨੇ, ਜਪਾਉਂਦੇ ਹਨ। ਪਾਏ ਭਗਤ ਭੈ ਵਰਤਮਾਨ, ਗੁਰ ਸੇਵਾ ਗੁਰਪੁਰਬ ਕਰੰਦੇ। ਪ੍ਰੇਮਾ ਭਗਤੀ ਦੇ ਵਿੱਚ ਅਤੇ ਈਸ਼ਵਰੀ ਭੈ ਦੇ ਵਿੱਚ ਵਰਤਦੇ ਹਨ, ਅਤੇ ਗੁਰੂ ਦੀ ਸੇਵਾ ਕਰਦੇ ਨੇ, ਗੁਰਪੁਰਬ ਕਰਨ ਦੇ, ਤੇ ਸਮੇਂ-ਸਮੇਂ ਤੇ ਗੁਰੂ ਕੇ ਪੁਰਬ ਮਨਾਉਂਦੇ ਨੇ। ਭਾਵੇਂ ਗੁਰੂ ਕਾ ਪ੍ਰਕਾਸ਼ ਪੁਰਬ, ਸਤਿਗੁਰੂ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਹਾੜਾ, ਜਾਂ ਗਰੀਬ ਨਵਾਜ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ, ਇਹ ਸਾਰੇ ਪੁਰਬ ਜਿਹੜੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ। ਸੋ ਇਸ ਤਰ੍ਹਾਂ ਭਾਈ ਸਾਹਿਬ ਇਸ ਪੌੜੀ 'ਚ ਕਹਿੰਦੇ ਨੇ, ਪਾਏ ਭਗਤ ਭੈ ਵਰਤਮਾਨ, ਪ੍ਰੇਮਾ ਭਗਤੀ ਦੇ ਭੈ ਦੇ ਵਿੱਚ ਵਰਤਦਿਆਂ ਹੋਇਆਂ ਗੁਰੂ ਕੇ ਗੁਰਪੁਰਬ ਜਿਹੜੇ ਨੇ ਉਹ ਬੜੀ ਸ਼ਰਧਾ, ਬੜੀ ਭਾਵਨਾ ਦੇ ਨਾਲ ਹੱਥੀਂ ਸੇਵਾ ਕਰਕੇ ਮਨਾਉਂਦੇ ਕਰਦੇ ਹਨ। ਸੰਜੈ ਸੋਦਰ ਗਾਵਣਾ, ਮਨ ਮੇਲੀ ਘਰ ਮੇਲ ਮਿਲਣ ਦੇ। ਫਿਰ ਜਦੋਂ ਸੰਧਿਆ ਦਾ ਸਮਾਂ ਹੁੰਦਾ ਹੈ ਨਾ, ਗੁਰਸਿੱਖ ਫਿਰ ਕੀ ਕਰਦਾ ਹੈ, ਸੋਦਰ ਦਾ ਪਾਠ ਕਰਦਾ ਹੈ, ਤੇ ਮਨ ਮੇਲੀ, ਮਨ ਮੇਲੀਆਂ ਦੇ ਨਾਲ ਮੇਲ ਰੱਖਦੇ ਹਨ, ਭਾਵ ਜਿਨ੍ਹਾਂ ਦੇ ਨਾਲ ਮਨ ਮਿਲਦਾ ਹੈ। ਤੇ ਪਿਛਲੀਆਂ ਪੌੜੀਆਂ 'ਚ ਆਪਾਂ ਸਰਵਣ ਕੀਤਾ ਸੀ ਕਿ ਗੁਰਸਿੱਖਾਂ ਦਾ ਗੁਰਸਿੱਖਾਂ ਦੇ ਨਾਲ ਪ੍ਰੇਮ ਬਣਦਾ ਹੈ, ਮਨਮੁਖਾਂ ਦਾ ਮਨਮੁਖਾਂ ਦੇ ਨਾਲ ਪ੍ਰੇਮ ਬਣਦਾ ਹੈ, ਅਮਲੀ ਦਾ ਅਮਲੀ ਨਾਲ ਬਣੇਗਾ, ਚੋਰ ਦਾ ਚੋਰ ਨਾਲ ਬਣੇਗਾ, ਠੱਗ ਦਾ ਠੱਗ ਨਾਲ ਬਣੇਗਾ। ਜਿਹੜੇ ਗੁਰਸਿੱਖ ਨੇ ਉਹ ਸ਼ਾਮ ਨੂੰ ਸੋਦਰ ਦਾ ਪਾਠ ਕਰਕੇ ਮਨ ਮੇਲੀ ਜਿਹੜੇ ਨੇ ਉਹਨਾਂ ਨਾਲ ਮੇਲ ਕਰਦੇ ਨੇ। ਜੇ ਗੁਰੂ ਘਰ ਬਹਿ ਕੇ ਸੋਦਰ ਦਾ ਪਾਠ ਕੀਤਾ, ਉੱਥੇ ਗੁਰਮੁਖ ਪਿਆਰਿਆਂ ਨਾਲ ਬਹਿ ਕੇ ਗੁਰਮਤਿ ਦੀਆਂ ਵਿਚਾਰਾਂ ਕਰਦੇ। ਜੇ ਘਰੇ ਸੋਦਰ ਦਾ ਪਾਠ ਕੀਤਾ, ਬਾਅਦ ਵਿੱਚ ਗੁਰਮੁਖ ਪਿਆਰਿਆਂ ਨਾਲ ਬਹਿ ਕੇ ਰੂਹਾਨੀਅਤ ਦੀਆਂ ਗੱਲਾਂ ਕਰਦੇ ਨੇ। ਪਰ ਜਿਹੜੇ ਮਨਮੁਖ ਪੁਰਖ ਹਨ, ਉਹਨਾਂ ਦਾ ਜੀਵਨ ਕੀ ਹੈ, ਉਹ ਜਿਵੇਂ ਸੰਸਾਰ ਦੇ ਵਿੱਚ ਦੇਖਦੇ ਸ਼ਾਮ ਹੁੰਦੀ ਹੈ, ਉਹ ਕਦੀ ਕਿਸੇ ਚੁਰਾਹੇ 'ਤੇ ਕਦੀ ਕਿਸੇ ਮੋੜ 'ਤੇ ਖੜੇ ਮਿਲਦੇ ਹਨ। ਔਰ ਸੰਧਿਆ ਤੋਂ ਬਾਅਦ ਫਿਰ ਸਿੱਖ ਦਾ ਅਗਲਾ ਕਰਮ ਕੀ ਬਣ ਜਾਂਦਾ ਹੈ, ਤਾਂ ਭਾਈ ਸਾਹਿਬ ਕਹਿੰਦੇ, ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਵਡੰਦੇ। ਫਿਰ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਨੇ ਅਤੇ ਆਰਤੀ ਕਰਕੇ ਪ੍ਰਸ਼ਾਦ ਵੰਡਦੇ ਨੇ। ਇਹ ਪ੍ਰਸ਼ਾਦ ਵੰਡਣ ਦਾ ਭਾਵ ਕਿ ਸਿੱਖ ਜਿਹੜਾ ਹੈ ਨਾ, ਉਹ ਇੱਕ ਐਸਾ ਦਾਨੀ ਸੁਭਾਅ ਰੱਖਦਾ ਹੈ ਕਿ ਰਾਤ ਨੂੰ ਸੌਣ ਲੱਗਿਆਂ ਵੀ ਕੁਛ ਨਾ ਕੁਛ ਵੰਡ ਕੇ ਸੌਂਦਾ ਹੈ, ਅਤੇ ਸਵੇਰੇ ਉੱਠਦਿਆਂ ਵੀ ਕੁਛ ਨਾ ਕੁਛ ਵੰਡਦਾ ਹੈ। ਕਿਉਂਕਿ ਸਿੱਖ ਨੂੰ ਵੰਡ ਛਕਣ ਦੀ ਦਾਤ ਦਿੱਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ। ਹੁਣ ਵੰਡ ਛਕਣ ਦਾ ਮਤਲਬ ਇਹ ਨਹੀਂ ਕਿ ਸਾਲ ਦੇ ਵਿੱਚ ਕਿਤੇ ਇੱਕ ਦਿਨ ਲੰਗਰ ਲਾ ਦਿੱਤਾ ਅਤੇ ਮੈਂ ਵੰਡ ਕੇ ਛਕਦਾ, ਜਾਂ ਕਦੀ ਮਹੀਨੇ ਮੱਸਿਆ, ਕਦੀ 6 ਮਹੀਨੇ, ਕਦੀ 2-4 ਮਹੀਨੇ ਕੋਈ ਚੀਜ਼ ਲਿਆਂਦੀ ਵੰਡ ਦਿੱਤੀ ਲੋਕਾਂ 'ਚ, ਮੈਂ ਵੰਡ ਕੇ ਛਕਦਾ। ਸਿੱਖ ਹਰ ਵੇਲੇ ਹੀ ਕੁਛ ਨਾ ਕੁਛ ਵੰਡ ਰਿਹਾ ਹੈ। ਕਿਸੇ ਨੂੰ ਗਿਆਨ ਵੰਡ ਰਿਹਾ, ਕਿਸੇ ਨੂੰ ਸਿਮਰਨ ਸਾਧਨਾ ਵੰਡ ਰਿਹਾ, ਕਿਸੇ ਨੂੰ ਗੁਰੂ ਤੋਂ ਮਿਲੀਆਂ ਹੋਈਆਂ ਅਸੀਸਾਂ ਬਖਸ਼ਿਸ਼ਾਂ ਵੰਡ ਰਿਹਾ। ਅਤੇ ਸੰਸਾਰਕ ਤੌਰ 'ਤੇ ਸਿੱਖ ਦਾ ਕੀ ਸੁਭਾਅ ਹੈ, ਸੌਣ ਲੱਗਿਆਂ ਵੀ ਕੁਛ ਨਾ ਕੁਛ ਵੰਡਦਾ, ਕਿਉਂਕਿ ਕੀ ਪਤਾ ਜ਼ਿੰਦਗੀ ਦਾ ਕੱਲ੍ਹ ਆਉਣੀ ਕਿ ਨਹੀਂ। ਦਿਨ ਚੜ੍ਹਦਾ ਹੈ ਅਤੇ ਫਿਰ ਉੱਠ ਕੇ ਕੁਛ ਨਾ ਕੁਛ ਵੰਡਦਾ ਹੈ। ਸੋ ਇਸ ਤਰ੍ਹਾਂ ਇਹਦੇ ਬਾਹਰੀ ਅਰਥ ਵੀ ਹਨ, ਇਹਦੇ ਅੰਤਰੀਵ ਅਰਥ ਵੀ ਹਨ। ਪਰ ਭਾਈ ਸਾਹਿਬ ਨੇ ਜੋ ਸਿੱਖ ਦੀ ਮਰਿਆਦਾ ਕਾਇਮ ਕਰਦਿਆਂ ਦੱਸਿਆ ਕਿ ਸੌਣ ਵੇਲੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਨੇ, ਆਰਤੀ ਕਰਦੇ ਨੇ, ਪ੍ਰਸ਼ਾਦ ਵੰਡਦੇ ਹਨ। ਉਸ ਤੋਂ ਬਾਅਦ ਫਿਰ ਗੁਰਮੁਖ ਸੁਖ ਫਲ ਪਿਰਮ ਚਖੰਦੇ। ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ, ਉਹ ਸੁੱਖਾਂ ਦਾ ਫਲ, ਭਾਵ ਸੁਖ ਰੂਪੀ ਪ੍ਰੇਮ ਫਲ ਜਿਹੜਾ ਇਸ ਰਸ ਨੂੰ ਚੱਖਦੇ ਹਨ। ਸੋ ਇਸ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਇਹ ਸਮਝਾਇਆ ਕਿ ਗੁਰੂ ਦਾ ਦਰਸ਼ਨ ਕਰਦੇ ਹਨ। ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਫਿਰ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ। ਉਹ ਗੁਰ ਸ਼ਬਦ ਦੇ ਵਿੱਚ ਵੀ ਇਸ਼ਨਾਨ ਕਰਦੇ ਨੇ
क्योंकि गुर दरियाओ सदा जल निर्मल। गुरु शब्द रूपी दरिया जिस दा जल सदा निर्मल है, मिलिया दुरमत मैल हरै। जिस दे विच इशनान करिया दुरमत दी मैल ਉਹ ਨਾਸ਼ ਹੁੰਦੀ। ਸੋ ਇਸ ਪੌੜੀ ਦੇ ਵਿੱਚ ਇਹ ਸਮਝਾਇਆ, ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪਰਪਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਸੋ ਇਸ ਤਰ੍ਹਾਂ ਇਸ਼ਨਾਨ ਕਰਕੇ ਸਤ ਸੰਗਤ ਦੇ ਵਿੱਚ ਦੋਨੇ ਵੇਲੇ ਪ੍ਰਵੇਸ਼ ਕਰਦਾ ਹੈ, ਦੋਨੇ ਵੇਲੇ ਸਤ ਸੰਗਤ ਵਿੱਚ ਜਾਂਦਾ ਹੈ, ਆਪਣੇ ਨਿਜ ਸਰੂਪ ਦਾ ਧਿਆਨ ਲਾਉਂਦਾ ਹੈ, ਆਪਣੇ ਆਪ ਦੇ ਵਿੱਚ ਸੁਰਤ ਜੋੜਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ, ਅਭਿਆਸ ਕਰਦਾ ਹੈ ਬਾਣੀ ਦਾ, ਪ੍ਰੇਮਾ ਭਗਤੀ ਕਰਦਾ ਹੈ, ਪੱਕਾ ਨਿਤਨੇਮੀ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਨਾ, ਉਹਦੇ ਜੀਵਨ ਦੀ ਇਹ ਮਰਿਆਦਾ ਹੁੰਦੀ ਹੈ। ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਹੈ, ਸ਼ਾਮ ਨੂੰ ਵੀ ਸੋਦਾ ਰਹਿਰਾਸ ਸਾਹਿਬ ਦਾ ਪਾਠ ਕਰਦਾ ਹੈ, ਸੌਣ ਲੱਗਿਆਂ ਵੀ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਾ ਹੈ, ਆਰਤੀ ਦਾ ਪਾਠ ਕਰਦਾ ਹੈ, ਫਿਰ ਕੁਝ ਵੰਡ ਕੇ ਦੁਨੀਆ ਦੀ ਝੋਲੀ 'ਚ ਕੁਝ ਪਾ ਕੇ ਫਿਰ ਆਰਾਮ ਦੇ ਨਾਲ ਆਪਣੇ ਆਸਣ ਦੇ ਉੱਤੇ ਲੇਟਦਾ ਹੈ, ਆਰਾਮ ਕਰਦਾ ਹੈ। ਉਸ ਤੋਂ ਬਾਅਦ ਅੰਮ੍ਰਿਤ ਵੇਲੇ ਉੱਠ ਕੇ ਫਿਰ ਉਸੇ ਤਰ੍ਹਾਂ ਗੁਰੂ ਗੁਰੂ ਜਪਦਾ ਹੈ। ਇਸ ਤਰ੍ਹਾਂ ਅਭਿਆਸੀ ਗੁਰਸਿੱਖ ਜਿਹੜਾ ਉਹ ਆਪਣੇ ਨਿਜ ਸਰੂਪ ਨੂੰ ਪ੍ਰਾਪਤ ਕਰਦਾ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਨੇ ਇਹਨਾਂ 3 ਪੌੜੀਆਂ ਦੇ ਅੰਦਰ ਗੁਰਸਿੱਖ ਦਾ ਜੀਵਨ ਅਤੇ ਸਾਧ ਸੰਗਤ ਦੀ ਮਹਾਨ ਮਹਿਮਾ ਦਾ ਵਰਣਨ ਕੀਤਾ। ਸੋ ਭੁੱਲਾਂ ਦੀ ਖਿਮਾ ਦਾਤਾ ਜੀ ਸਮੱਤ ਦੀ ਦਾਤ ਬਖਸ਼ ਕੇ ਨਿਵਾਜਨ ਇਸ ਮਹਾਨ ਕਾਰਜ ਨੂੰ ਸਿਰ ਤੇ ਮਿਹਰ ਦਾ ਹੱਥ ਰੱਖ ਕੇ ਆਪ ਕਰਵਾ ਲੈਣ। ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਵਡੰਦੇ, ਗੁਰਮੁਖ ਸੁਖ ਫਲ ਪਿਰਮ ਚਖੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।